ਆਮ ਤੌਰ ਤੇ ਸਟੂਡੈਂਟ ਜਾਂ ਤੇ ਕਈ ਵਾਰੀ ਵਰਕ ਪਰਮਿਟ ਹਾਸਲ ਨਹੀਂ ਕਰ ਪਾਉਂਦੇ ਜਾਂ ਉਹਨਾਂ ਨੂੰ ਪੀਆਰ ਵਿੱਚ ਪ੍ਰੋਬਲਮ ਆਉਂਦੀ ਹੈ। ਕੈਨੇਡਾ ਨੂੰ ਸਟੂਡੈਂਟਸ ਦੀ ਲੋੜ ਹੈ ਬਿਕੋਜ਼ ਵਰਕਫੋਰਸ ਦੀ ਲੋੜ ਹੈ, ਬਟ ਆਪਣੇ ਸਟੂਡੈਂਟ ਨੂੰ ਵੀ ਇਹ ਸੋਚਣਾ ਹੈ ਕਿ ਆਪਾਂ ਜਦੋਂ ਇੱਥੋਂ ਆ ਰਹੇ ਹਾਂ ਤੇ ਸਾਨੂੰ ਇਹ ਪਤਾ ਕਿ ਇੱਥੇ ਵਰਕਫੋਰਸ ਕਿਹੜੀ ਦੀ ਲੋੜ ਹੈ ਤੇ ਆਪਾਂ ਕਿਹੜੇ ਪ੍ਰੋਗਰਾਮਸ ਨੂੰ ਚੂਜ਼ ਕਰੀਏ ਤਾਂ ਕਿ ਅਸੀਂ ਇੱਥੇ ਆ ਕੇ ਇੱਥੇ ਇੱਕ ਲਾਇਬਿਲਿਟੀ ਨਾ ਬਣੀਏ, ਐਸੈਟ ਬਣ ਜਾਈਏ ਕੈਨੇਡਾ ਵਾਸਤੇ। ਜਿਵੇਂ ਜ਼ਿਆਦਾਤਰ ਬੱਚੇ ਕਹਿੰਦੇ ਨੇ ਅਸੀਂ ਬਿਜ਼ਨਸ ਫੀਲਡ ਲੈ ਲਈ ਜਾਂ ਅਸੀਂ ਕੋਈ ਕਾਮਰਸ ਦਾ ਕੋਰਸ ਲੈ ਲਿਆ, ਅਸੀਂ ਕੋਈ ਨਾਰਮਲ ਜਿਹਾ ਐਸੋਸੀਏਟ ਆਫ ਆਰਟਸ ਲੈ ਲਿਆ। ਆਪਣੇ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਬੈਕ ਇਨ ਇੰਡੀਆ ਕਿ ਉਹ ਚੂਜ਼ ਜਦ ਕਰਦੇ ਨੇ ਕੁਐਸਚਨ, ਉਹ ਆਪਣਾ ਕੋਰਸ ਤੋਂ ਡਿਪੈਂਡ ਹੋ ਜਾਂਦੇ ਨੇ ਕੰਸਲਟੈਂਟ ਦੇ, ਉਹ ਆਪਣੀ ਚੋਇਸ ਉੱਥੇ ਨਹੀਂ ਦੱਸਦੇ। ਤੁਹਾਨੂੰ ਲੱਗਦਾ ਹੈ ਕਿ ਆਪਣੇ ਭਾਈਚਾਰੇ ਦੇ ਬਹੁਤ ਲੋਕ ਇੱਥੇ ਪਹੁੰਚ ਗਏ ਨੇ ਤੇ ਯੈਸ ਓਬਵੀਅਸਲੀ ਆਪਾਂ ਨੂੰ ਆਪਣਾ ਵਰਗਾ ਹੀ ਦੇਸ਼ ਲੱਗਣ ਲੱਗਿਆ ਹੈ ਇੱਕ ਚੀਜ਼। ਦੂਜੀ ਚੀਜ਼ ਹੈ ਕਿ ਇੱਥੇ ਪੀਆਰ ਪਾਥਵੇਜ਼ ਫॉर ਸਟੂਡੈਂਟਸ ਬਹੁਤ ਵਧੀਆ ਨੇ। ਯਾਨੀ ਤੁਸੀਂ ਐਜ਼ ਅ ਸਟੂਡੈਂਟ ਆਉਂਦੇ ਹੋ, ਤੁਹਾਨੂੰ ਵਰਕ ਪਰਮਿਟ ਦੇ ਟ੍ਰਾਂਜੀਸ਼ਨ ਐਂਡ ਦੈਨ ਰੀਅਲੀ ਤੁਸੀਂ ਸਲੋਲੀ ਆਪਣੀ ਪੀਆਰ ਪਾਥਵੇ ਯਾਨੀ ਤੁਸੀਂ ਸੈਟਲਮੈਂਟ ਵੱਲ ਚੱਲਦੇ ਹੋ। ਤੇ ਬੱਚਿਆਂ ਨੂੰ ਇੱਕ ਕੁਐਸਚਨ ਪੁੱਛਿਆ ਕਿ ਜੀ ਤੁਸੀਂ ਕੈਨੇਡਾ ਬਾਰੇ ਕੀ ਪਤਾ ਹੈ, ਯੂ ਵਿਲ ਬੀ ਸਰਪ੍ਰਾਈਜ਼ ਉਹ 'ਚੋਂ 60% ਬੱਚਿਆਂ ਨੇ ਸਰੀ ਗਿਆ ਤੇ 40% ਨੇ ਬਰੈਂਪਟਨ ਗਿਆ। ਨੰਬਰ ਆਫ ਅਦਰ ਹੈਲਥ ਕੇਅਰ ਅਸਿਸਟੈਂਟ ਕੋਰਸਿਸ, ਬਹੁਤ ਸਾਰੇ ਕੋਰਸਿਸ ਇਹੋ ਜਿਹੇ ਨੇ ਜਿਹੜੇ ਕੋਰਸਿਸ ਵਿੱਚ ਅਸੀਂ ਆ ਕਰ ਇੱਥੇ ਇਨ ਡਿਮਾਂਡ ਜਿਹੜੀ ਲੇਬਰ ਫੋਰਸ ਹੈ ਉੱਥੇ ਅਸੀਂ ਪਾਰਟ ਲਵਾਂਗੇ ਤੇ ਆਈ ਕੈਨ ਗਾਰੰਟੀ ਇੱਕ ਤੇ ਬੱਚੇ ਦੀ ਪੜ੍ਹਾਈ ਵੀ ਉਹਨੂੰ ਵਧੀਆ ਲੱਗੇਗੀ, ਦੂਜਾ ਇੱਥੇ ਆਉਂਦੇ ਉਹਨੂੰ ਜੌਬਸ ਉਹ ਮਿਲ ਜਾਣਗੀਆਂ ਜਿਹੜੀ ਉਹ ਸੋਚ ਕੇ ਕੈਨੇਡਾ ਨੂੰ ਆਉਂਦਾ ਹੈ। ਇੱਥੇ ਆ ਕੇ ਲੱਗਦਾ ਕਿ ਜਿਵੇਂ ਮੈਂ ਆਈਟੀ ਕੀਤੀ ਜਾਂ ਮੈਂ ਕੰਪਿਊਟਰ ਸਾਇੰਸ ਲਿਆ ਜਾਂ ਮੈਂ ਮੈਡੀਕਲ ਲਿਆ, ਬਟ ਅੱਜ ਮੈਂ ਰਿਟੇਲ ਵਿੱਚ ਹੀ ਖੁਸ਼ ਹਾਂ ਜਾਂ ਮੈਂ ਕਿਸੇ ਆਫਿਸ 'ਚ ਐਡਮਿਨ ਜੌਬ 'ਚ ਹੀ ਖੁਸ਼ ਹਾਂ। ਇਹ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਕਰੀਅਰ ਦੇ ਵਿੱਚ ਜਿਹੜੀ ਡਾਇਰੈਕਟਨੈਸ ਹੈ ਉਹ ਨਹੀਂ ਹੈ ਤੇ ਕੀ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪੈ ਰਿਹਾ? ਕੰਪਰੋਮਾਈਜ਼ ਉਹਨਾਂ ਨੂੰ ਨਾ ਕਰਨਾ ਪਵੇ ਇਸ ਲਈ ਉਹ ਕੀ ਕਰ ਸਕਦੇ ਨੇ? ਕੈਨੇਡਾ ਨੇ 5,51,000 ਸਟੱਡੀ ਪਰਮਿਟਸ ਵੰਡੇ ਸੀਗੇ, ਮਤਲਬ that was one of the highest in Canadian history। yes, Canadian history ਸੀਗਾ ਤੇ ਉਹਦੇ ਚੋਂ ਆਪਣੇ ਇੰਡੀਅਨਸ ਨੂੰ ਯਾਨੀ ਇੰਡੀਅਨ ਬੱਚਿਆਂ ਨੂੰ 2,26,000 ਸਟੱਡੀ ਪਰਮਿਟ ਦਿੱਤੇ ਗਏ, which is around 45% of the total study permits granted। ਉਹਨਾਂ ਨੂੰ ਲੱਗਦਾ ਕਿ ਇੱਕ ਵਾਰ ਪੀਆਰ ਆ ਜਾਏਗੀ ਉਸ ਤੋਂ ਬਾਅਦ ਅਸੀਂ ਕੋਰਸ ਪਰਸਿਊ ਕਰਾਂਗੇ ਕਿਉਂਕਿ ਫੀਸ ਬਹੁਤ ਘੱਟ ਹੋ ਜਾਵੇਗੀ, ਪਰ ਉਹ ਕੋਰਸਸ ਕਿੰਨੇ ਲੋਕ ਕਰ ਪਾਉਂਦੇ ਨੇ ਇਹ ਵੀ ਸਾਨੂੰ ਪਰਸੈਂਟੇਜ ਪਤਾ ਹੈ। ਇਟ ਇਜ਼ ਲਾਈਕ ਮਿਨੀਮਲ ਰਾਈਟ ਨਾਓ। ਸੋ ਇਹ ਜਿਹੜਾ ਉਸ ਸਮੇਂ ਜਿਹੜਾ ਮਾਈਂਡ ਸੈਟ ਹੈ ਇਸ ਨੂੰ ਕਿਸ ਤਰ੍ਹਾਂ ਚੇਂਜ ਕੀਤਾ ਜਾ ਸਕਦਾ ਹੈ? ਬਿਕੋਜ਼ ਆਬਵੀਅਸਲੀ ਪੀਆਰ ਅਚੀਵ ਕਰਨ ਤੋਂ ਬਾਅਦ ਪ੍ਰਾਇੋਰਟੀਜ਼ ਬਹੁਤ ਜ਼ਿਆਦਾ ਚੇਂਜ ਹੋ ਜਾਂਦੀਆਂ ਨੇ। ਇਹਨਾਂ ਕੋਲ ਇੰਨੇ ਸਾਰੇ ਪ੍ਰੋਵਿੰਸਿਸ ਨੇ, ਆਪਾਂ ਐਗਜ਼ਾਮਪਲ ਲਈਏ ਜਿਵੇਂ ਈਜ਼ੀ ਹੈ ਪੀਆਰ ਹੁਣ ਅਸੀਂ ਕਹਿੰਦੇ ਹਾਂ ਐਲਬਰਟਾ, ਮੈਨੀਟੋਬਾ, ਸਸਕੈਚੁਅਨ ਐਂਡ ਐਟਲਾਂਟਿਕ ਦੇ ਸਾਰੇ ਪ੍ਰੋਵਿੰਸਿਸ। ਹੁਣ ਤੁਸੀਂ ਦੇਖੋ ਆਈ ਵਾਸ ਵੈਰੀ ਸਰਪ੍ਰਾਈਜ਼ਡ ਵਿਦ ਦਿਸ ਫਿਗਰਸ ਕਿ ਸਿਰਫ 42,000 ਬੱਚੇ ਨੇ ਆਪਟ ਕੀਤਾ ਐਲਬਰਟਾ ਨੂੰ ਪਿਛਲੇ ਸਾਲ, ਓਨਲੀ 42,000 ਆਊਟ ਆਫ 8 ਲੱਖ ਯਾਨੀ ਕਿ 5% ਹੋਇਆ। ਠੀਕ ਹੈ, ਐਵੇਂ ਆਪਾਂ ਲਈਏਗਾ ਫਿਗਰ ਮੈਨੀਟੋਬਾ ਦੀ ਉਹ ਤਾਂ ਹੋਰ ਵੀ ਘੱਟ ਹੈ 22,000। ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਪੀਆਈ, ਇਹ ਵੀ ਬਹੁਤ ਵੱਡਾ ਏਰੀਆ ਕੈਨੇਡਾ ਦੇ ਅੰਦਰ ਹੀ ਆਉਂਦਾ ਹੈ। ਦੈਨ ਦੈਟ ਏਰੀਆ ਇਜ਼ ਅਨਐਕਸਪਲੋਰਡ, ਉੱਥੇ ਬੱਚੇ ਹੁਣ ਗਏ ਵੀ ਨਹੀਂ ਗਏ ਉੱਥੇ। ਯੈਸ ਓਬਵੀਅਸਲੀ ਤੁਹਾਨੂੰ ਆਪਣਾ ਭਾਈਚਾਰਾ ਥੋੜਾ ਘੱਟ ਮਿਲੂਗਾ, ਥੋੜਾ ਜਿਹਾ ਉੱਥੇ ਹਾਰਡਸ਼ਿਪ ਹੈਗੀਆਂ ਵੈਦਰ ਦੀ ਵੀ, ਬਟ ਦੈਨ ਅਪੋਰਚੁਨਿਟੀਜ਼ ਉੱਥੇ ਬਹੁਤ ਜ਼ਿਆਦਾ। ਤੇ ਅਸੀਂ ਇੰਡੀਆ ਤੋਂ ਆ ਹੀ ਰਹੇ ਹਾਂ, ਅਸੀਂ ਕਹਿੰਦੇ ਨਾ ਜਿੱਥੇ ਅਸੀਂ ਪਹਿਲੇ ਆ ਗਏ ਸਮਝੋ ਅਸੀਂ ਉੱਥੇ ਦੀ ਹੋ ਗਏ। ਕੰਸਲਟੈਂਟਸ ਉੱਥੇ ਨਹੀਂ ਠੀਕ, ਉਹ ਕੰਸਲਟੈਂਟ ਬੇਸਿਕਲੀ ਹੈ ਵੀ ਨਹੀਂ। ਮੇਰਾ ਕਿਸੇ ਨਾਲ ਕੋਈ ਪਰਸਨਲ ਪ੍ਰੋਬਲਮ ਨਹੀਂ ਹੈ, ਬਟ ਆਈ ਵੁੱਡ ਜਸਟ ਸੇ ਇਫ ਯੂ ਆਰ ਗਾਈਡਿੰਗ ਸਮਵਨ, ਉਹ ਉਹਨਾਂ ਦਾ ਫਿਊਚਰ ਹੈਗਾ ਤੁਹਾਡੇ ਵਾਸਤੇ। ਮੇ ਬੀ ਉੱਥੋਂ ਕੁਝ ਹਜ਼ਾਰ ਰੁਪਏ ਹੋਣੇ, ਬਟ ਉਹਦੇ ਬੱਚੇ ਵਾਸਤੇ ਉਹਦੀ ਲਾਈਫ ਹੈ। ਤੇ ਵਾਈ ਟੂ ਪਲੇ ਵਿਦ ਸਮਵਨਸ ਲਾਈਫ ਫॉर ਸਮ ਥਾਊਜ਼ੈਂਡਸ। ਮਸਲੇ ਇਮੀਗ੍ਰੇਸ਼ਨ ਦੇ ਪਰਮੀਤ ਕਾਮਰਾ ਦੇ ਨਾਲ। ਕੈਨੇਡਾ ਪਹੁੰਚਣਾ ਕਿਸੇ ਵੀ ਇੰਟਰਨੈਸ਼ਨਲ ਸਟੂਡੈਂਟ ਲਈ ਚੁਣੌਤੀਪੂਰਨ ਹੋ ਸਕਦਾ ਹੈ। ਸਭ ਤੋਂ ਪਹਿਲਾਂ ਗੱਲ ਤਾਂ ਉਹਦੀ ਮਾਂ ਬੋਲੀ ਉੱਥੇ ਪ੍ਰਾਇਮਰੀ ਲੈਂਗੁਏਜ ਨਹੀਂ ਹੈ, ਇਸ ਕਰਕੇ ਜਿਹੜੀ ਉਹਦੀ ਸੈਕੰਡ ਲੈਂਗੁਏਜ ਹੈ ਇੰਗਲਿਸ਼, ਉਸ ਦੇ ਵਿੱਚ ਹੀ ਉਸਨੂੰ ਕਮਿਊਨੀਕੇਟ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਕਲਚਰ ਬੈਕਗ੍ਰਾਉਂਡ, ਐਜੂਕੇਸ਼ਨ ਸਿਸਟਮ ਦੇ ਵਿੱਚ ਜਦੋਂ ਉਹ ਨੈਵੀਗੇਟ ਕਰਦੇ ਨੇ ਤਾਂ ਉਹਨਾਂ ਸਾਹਮਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਨੇ। ਇਹਦੇ ਵਿੱਚ ਜਿਹੜੇ ਸਟੂਡੈਂਟਸ ਦੇ ਹਾਲਾਤ ਨੇ ਜਾਂ ਜਿਹੜੀ ਉਹਨਾਂ ਦੀ ਚੁਣੌਤੀਆਂ ਨੇ ਉਸ ਦੇ ਨਾਲ ਅਸੀਂ ਕੁਝ ਤਾਂ ਵਾਕਿਫ ਹਾਂ, ਪਰ ਸਭ ਤੋਂ ਵੱਡਾ ਚੈਲੰਜ ਉਦੋਂ ਆਉਂਦਾ ਹੈ ਜਦੋਂ ਉਹਨਾਂ ਨੇ ਨੌਕਰੀ ਲੈਣੀ ਹੁੰਦੀ ਹੈ। ਆਮ ਤੌਰ ਤੇ ਸਟੂਡੈਂਟ ਜਾਂ ਤੇ ਕਈ ਵਾਰੀ ਵਰਕ ਪਰਮਿਟ ਹਾਸਲ ਨਹੀਂ ਕਰ ਪਾਉਂਦੇ ਜਾਂ ਉਹਨਾਂ ਨੂੰ ਪੀਆਰ ਵਿੱਚ ਪ੍ਰੋਬਲਮ ਆਉਂਦੀ ਹੈ ਕਿਉਂਕਿ ਸਟੂਡੈਂਟ ਦੇ ਦੌਰਾਨ ਉਹਨਾਂ ਦੀ ਸਟੱਡੀ ਦੇ ਦੌਰਾਨ ਜਿਹੜੀ ਉਹਨਾਂ ਨੇ ਜੌਬ ਐਕਸਪੀਰੀਅੰਸ ਲਿਆ ਹੁੰਦਾ ਹੈ ਉਹ ਬੇਸਿਕਲੀ ਰਿਟੇਲ ਵਿੱਚ ਹੁੰਦਾ ਹੈ ਜਾਂ ਕਿਸੇ ਹੋਰ ਸੈਕਟਰ ਵਿੱਚ। ਕਹਿਣ ਦਾ ਭਾਵ ਕਿ ਉਹ ਉਹਨਾਂ ਦੀ ਚੂਜ਼ਨ ਐਜੂਕੇਸ਼ਨ ਫੀਲਡ ਵਿੱਚ ਨਹੀਂ ਹੈ। ਇਹਦੇ ਕੀ ਮਾਪਦੰਡ ਹੋ ਸਕਦੇ ਨੇ ਅਤੇ ਇਹਨਾਂ ਦੇ ਵਰਕ ਪਰਮਿਟ ਜਾਂ ਪੀਆਰ ਤੇ ਇਸ ਦੇ ਕੀ ਪ੍ਰਭਾਵ ਹੋ ਸਕਦੇ ਨੇ ਅਤੇ ਕੀ ਕਾਰਨ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਆਪਣੀ ਚੋਜ਼ਨ ਐਜੂਕੇਸ਼ਨ ਫੀਲਡ ਵਿੱਚ ਜੌਬ ਹਾਸਲ ਕਰਨ ਵਿੱਚ ਅਸਮਰਥ ਰਹਿੰਦੇ ਨੇ, ਖਾਸ ਕਰ ਆਪਣੇ ਭਾਰਤੀ ਭਾਈਚਾਰੇ ਦੇ ਸਟੂਡੈਂਟ। ਅੱਜ ਹੀ ਇਹਨਾਂ ਗੱਲਾਂ ਨੂੰ ਐਕਸਪਲੋਰ ਕਰਾਂਗੇ ਮਸਲੇ ਇਮੀਗ੍ਰੇਸ਼ਨ ਦੇ ਵਿਦ ਪਰਮੀਤ ਕਾਮਰਾ। ਮੈਂ ਹਾਂ ਪਰਮੀਤ ਕਾਮਰਾ ਤੁਹਾਡੀ ਸ਼ੋਅ ਤੇ ਅੱਜ ਮੇਰੇ ਨਾਲ ਨੇ ਸਰੀ ਦੇ ਮਸ਼ਹੂਰ ਇਮੀਗ੍ਰੇਸ਼ਨ ਕੰਸਲਟੈਂਟ, ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨਿਤਿਨ ਚੱਡਾ, ਜੋ ਕਿ ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨਗੇ ਤੇ ਸਾਨੂੰ ਦੱਸਣਗੇ ਕਿ ਕੀ ਕਾਰਨ ਹੋ ਸਕਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਆਪਣੀ ਮਨਪਸੰਦ ਜੌਬ ਹਾਸਲ ਨਹੀਂ ਕਰ ਪਾਉਂਦੇ। ਨਿਤਿਨ ਜੀ, ਵੈਲਕਮ ਟੂ ਦ ਸ਼ੋਅ। ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਨਿਤਿਨ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਜਾਂ ਅਸੀਂ ਆਪਸ 'ਚ ਗੱਲ ਕਰਦੇ ਹਾਂ, ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਤੁਹਾਡੇ ਕੋਲ ਵੀ ਆਉਂਦੇ ਹੋਣਗੇ। ਕੋਰਸਿਸ ਤਾਂ ਇਹ ਲੈ ਲੈਂਦੇ ਨੇ ਇੰਡੀਆ ਤੋਂ, ਉਸ ਤੋਂ ਬਾਅਦ ਆ ਕੇ ਇੱਥੇ ਸਟੱਡੀ ਵੀ ਕਰਦੇ ਨੇ। ਸਟੱਡੀ ਜਿਵੇਂ ਤਿਵੇਂ ਪੂਰੀ ਹੁੰਦੀ ਹੈ, ਕਈ ਵਾਰ ਗੈਪਸ ਲੈ ਜਾਂਦੇ ਨੇ, ਕਈ ਵਾਰ ਕ੍ਰੈਡਿਟ ਨਹੀਂ ਮਿਲਦੇ, ਸਬਜੈਕਟ ਕ੍ਰੈਡਿਟ।
ਇਸ ਤੋਂ ਬਾਅਦ ਕਹਿੰਦੇ ਨੇ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਵਰਕ ਪਰਮਿਟ ਨਹੀਂ ਮਿਲ ਰਿਹਾ ਜਾਂ ਪੀਆਰ ਨਹੀਂ ਮਿਲ ਰਹੀ, ਕਿਉਂਕਿ ਰੀਜ਼ਨ ਇਹ ਦਿੱਤਾ ਜਾਂਦਾ ਹੈ ਕਿ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ, ਜੋ ਤੁਸੀਂ ਜੌਬ ਦੌਰਾਨ ਲਿਆ ਹੈ, ਉਹ ਤੁਹਾਡੀ ਐਜੂਕੇਸ਼ਨ ਫੀਲਡ ਨਾਲ ਤਾਂ ਰੈਜ਼ੋਨੇਟ ਕਰਦਾ ਹੀ ਨਹੀਂ, ਉਹਦੇ ਨਾਲ ਮਿਲਦਾ ਹੀ ਨਹੀਂ। ਤਾਂ ਫਿਰ ਇਹਦਾ ਰੀਜ਼ਨ ਕੀ ਹੋ ਸਕਦਾ ਹੈ ਕਿ ਉਹਨਾਂ ਨੂੰ ਗਾਈਡੈਂਸ ਦੀ ਕਮੀ ਹੈ ਜਾਂ ਇਹਦਾ ਕੋਈ ਹੋਰ ਕਾਰਨ ਵੀ ਹੈ? ਦੇਖੋ ਜੀ, ਮੈਂ ਕਹੂੰਗਾ ਸਭ ਤੋਂ ਪਹਿਲੇ ਜੀ ਜੈਸੇ ਆਪਣੇ ਸਟੂਡੈਂਟਸ ਹੈਗੇ ਨੇ ਉਹ ਇੱਥੇ ਦੀ ਲੋੜ ਹੈਗੀ ਹੈ, ਕੈਨੇਡਾ ਨੂੰ ਸਟੂਡੈਂਟਸ ਦੀ ਲੋੜ ਹੈ, ਬਿਕੋਜ਼ ਵਰਕਫੋਰਸ ਦੀ ਲੋੜ ਹੈ। ਬਟ ਆਪਣੇ ਸਟੂਡੈਂਟ ਨੂੰ ਵੀ ਇਹ ਸੋਚਣਾ ਹੈ ਕਿ ਆਪਾਂ ਜਦੋਂ ਇੱਥੋਂ ਆ ਰਹੇ ਹਾਂ ਤੇ ਸਾਨੂੰ ਇਹ ਪਤਾ ਕਿ ਇੱਥੇ ਵਰਕਫੋਰਸ ਕਿਹੜੀ ਦੀ ਲੋੜ ਹੈ ਤੇ ਆਪਾਂ ਕਿਹੜੇ ਪ੍ਰੋਗਰਾਮਸ ਨੂੰ ਚੂਜ਼ ਕਰੀਏ ਤਾਂ ਕਿ ਅਸੀਂ ਇੱਥੇ ਆ ਕੇ ਇੱਥੇ ਇੱਕ ਲਾਇਬਿਲਿਟੀ ਨਾ ਬਣੀਏ, ਐਸੈਟ ਬਣ ਜਾਈਏ ਕੈਨੇਡਾ ਵਾਸਤੇ। ਤੇ ਉਹ ਕੀ ਕਰਦੇ ਨੇ, ਜਦ ਚੂਜ਼ ਕਰਦੇ ਨੇ ਕੋਰਸਿਸ ਐਟ ਦਾ ਫਸਟ ਹੈਂਡ, ਦੇ ਉਸ ਟਾਈਮ ਡਿਪੈਂਡੈਂਟ ਹੋ ਜਾਂਦੇ ਨੇ। ਜਦ ਆਪਾਂ ਇੰਡੀਆ ਦਾ ਆਪਾਂ ਗੱਲ ਕਰੀਏ ਤੇ ਬਹੁਤ ਸਾਰੇ ਆਪਾਂ ਕਹਿੰਦੇ ਉਹਨਾਂ ਨੂੰ ਗੋਸਟ ਕੰਸਲਟੈਂਟਸ, ਉਹਨਾਂ ਦੇ ਡਿਪੈਂਡੈਂਟ ਹੋ ਕੇ ਉਹ ਵਾਲੇ ਕੋਰਸ ਚੂਜ਼ ਕਰ ਲੈਂਦੇ ਨੇ ਜਿਨ੍ਹਾਂ ਦੀ ਇੱਥੇ ਜਾਂ ਤੇ ਡਿਮਾਂਡ ਨਹੀਂ ਹੈ ਜਾਂ ਆਲਰੇਡੀ ਵਰਕਫੋਰਸ ਉਹਨਾਂ ਵਿੱਚ ਬਹੁਤ ਜ਼ਿਆਦਾ ਆਲਰੇਡੀ ਇੱਥੇ ਲੇਬਰ ਇੰਟੈਂਸਿਵ ਹੈਗੇ ਉਹ ਜੌਬ, ਔਰ ਲੇਬਰ ਆਲਰੇਡੀ ਹੈਗੀ ਹੈ। ਤੇ ਦੈਨ ਉੱਥੇ ਆ ਕੇ ਉਹਨਾਂ ਨੂੰ ਕੰਪੀਟ ਕਰਨਾ ਪੈਂਦਾ ਹੈ। ਜੇ ਆਪਾਂ ਐਗਜ਼ਾਮਪਲ ਆਪਾਂ ਲਈਏ ਕਿ ਆਪਾਂ ਮੇਰੇ ਕੋਲ ਸਟੂਡੈਂਟਸ ਦੇ ਫੋਨ ਇੱਥੇ ਆ ਕੇ ਹੀ ਪਹੁੰਚਦੇ ਨੇ ਕਿ ਜੀ ਭਾਜੀ ਮੈਂ ਇੱਥੇ ਐਵੇਂ ਪਿੰਡ ਤੋਂ ਆਇਆ, ਇੱਥੋਂ ਆਇਆ ਜੀ, ਤੁਹਾਡਾ ਰੈਫਰੈਂਸ ਮਿਲਿਆ ਤੇ ਅਸੀਂ ਆਪਣੀ ਕਲਾਸ ਵਿੱਚ ਗਏ ਜੀ, ਸਾਰੇ ਸਟੂਡੈਂਟਸ ਇੰਡੀਅਨ ਹੀ ਨੇ, ਸਾਨੂੰ ਇੱਥੇ ਕੋਈ ਗੋਰਾ ਮਿਲਦਾ ਨਹੀਂ ਪਿਆ ਜਾਂ ਆਪਣੇ ਕੋਈ ਅਲੱਗ ਭਾਈਚਾਰੇ ਦੇ ਬੱਚੇ ਲੱਗਦੇ ਨਹੀਂ ਪਏ, ਮੈਨੂੰ ਲੱਗਦਾ ਨਹੀਂ ਪਿਆ ਕਿ ਮੈਂ ਕੈਨੇਡਾ ਪਹੁੰਚ ਗਿਆ। ਤਾਂ ਆਪਣਾ ਨੈਕਸਟ ਉਹਨਾਂ ਨੂੰ ਇਹੀ ਕੁਐਸਚਨ ਆਨਸਰ ਆਪਾਂ ਕਰਦੇ ਹਾਂ ਕਿ ਵੀ ਤੁਸੀਂ ਜਿਹੜਾ ਕੋਰਸ ਚੂਜ਼ ਕਰਕੇ ਆਏ ਹੋ ਉਹ ਕੋਰਸ ਰਿਕੁਆਇਰਮੈਂਟ ਉਸ ਕੋਰਸ ਦੀ ਡਿਫਰੈਂਟ ਹੈਗੀ ਹੈ, ਉਹ ਕੋਰਸ ਦੀ ਡਿਮਾਂਡ ਵਿੱਚ ਹੈ ਹੀ ਨਹੀਂ। ਜਿਵੇਂ ਜ਼ਿਆਦਾਤਰ ਬੱਚੇ ਕਹਿੰਦੇ ਨੇ ਅਸੀਂ ਬਿਜ਼ਨਸ ਫੀਲਡ ਲੈ ਲਈ ਜਾਂ ਅਸੀਂ ਕੋਈ ਕਾਮਰਸ ਦਾ ਕੋਰਸ ਲੈ ਲਿਆ, ਅਸੀਂ ਕੋਈ ਨਾਰਮਲ ਜਿਹਾ ਐਸੋਸੀਏਟ ਆਫ ਆਰਟਸ ਲੈ ਲਿਆ। ਆਪਣੇ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਬੈਕ ਇਨ ਇੰਡੀਆ ਕਿ ਉਹ ਚੂਜ਼ ਜਦ ਕਰਦੇ ਨੇ ਕੁਐਸਚਨ, ਉਹ ਆਪਣਾ ਕੋਰਸ ਤੋਂ ਡਿਪੈਂਡ ਹੋ ਜਾਂਦੇ ਨੇ ਕੰਸਲਟੈਂਟ ਦੇ, ਉਹ ਆਪਣੀ ਚੋਇਸ ਉੱਥੇ ਨਹੀਂ ਦੱਸਦੇ। ਅਗਰ ਤੁਹਾਡਾ ਮੇਰੇ ਹਿਸਾਬ ਨਾਲ ਸਟਾਰਟ ਹੀ ਗਲਤ ਹੋ ਜਾਂਦੀ ਹੈ। ਫਿਰ ਤੁਹਾਡੀ ਫੀਲਡ, ਅਗਰ ਤੁਸੀਂ ਮੈਡੀਕਲ ਸਟੂਡੈਂਟ ਸੀਗੇ ਜਾਂ ਤੁਸੀਂ ਨਾਨ ਮੈਡੀਕਲ ਸਟੂਡੈਂਟ ਸੀਗੇ, ਤੁਹਾਡੀ ਜਿਹੜੀ ਕੋਰਸਿਸ ਦੀ ਚੋਇਜ਼ਨ ਜੋ ਤੁਸੀਂ ਚੂਜ਼ ਕਰਨੇ ਨੇ, ਉਹ ਤੁਹਾਨੂੰ ਕੋਰਸਿਸ ਲੈਣੇ ਹੀ ਚਾਹੀਦੇ ਨੇ ਜੋ ਤੁਹਾਡੀ ਪੁਰਾਣੀ ਐਜੂਕੇਸ਼ਨ ਦੇ ਨਾਲ ਐਮਲਗਮੇਟ ਕਰਨ। ਜਿਵੇਂ ਐਗਜ਼ਾਮਪਲ ਆਪਾਂ ਕਹੀਏ 31 ਮਈ ਨੂੰ ਗਵਰਨਮੈਂਟ ਇਸ ਚੀਜ਼ ਨੂੰ ਫੋਕਸ ਕਰ ਰਹੀ ਸੀ ਬਹੁਤ ਜ਼ਿਆਦਾ। ਕੈਨੇਡੀਅਨ ਗਵਰਨਮੈਂਟ ਜਦ ਤੱਕ ਦੇਖੋ ਜਿਹੜੀ ਪ੍ਰੋਬਲਮ ਸਟੂਡੈਂਟਸ ਦੀ ਹੈ, ਸਟੂਡੈਂਟਸ ਇੱਥੇ ਆ ਕੇ ਜਦ ਇੱਕ ਵੱਲੋਂ ਰੈਜ਼ੀਡੈਂਟਸ ਬਣ ਜਾਂਦੇ ਨੇ ਜਾਂ ਫਿਰ ਐਕਚੁਅਲੀ ਉਹ ਵਰਕ ਪਰਮਿਟ ਤੇ ਜਾਂ ਸਟੱਡੀ ਪਰਮਿਟ ਤੇ ਵੀ ਨੇ, ਦੇ ਆਰ ਐਕਚੁਅਲੀ ਇਨਟੂ ਕੈਨੇਡੀਅਨ ਕਲਚਰ, ਕੈਨੇਡੀਅਨ ਇਕਨੋਮੀ ਤੇ ਹੈਲਪ ਵੀ ਕਰਦੇ ਨੇ ਇਕਨੋਮੀ ਨੂੰ। ਤੇ ਗਵਰਨਮੈਂਟ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਉਹਨਾਂ ਦੀ। ਤੇ ਗਵਰਨਮੈਂਟ ਨੂੰ ਇਹ ਪ੍ਰੋਬਲਮ ਆ ਰਹੀ ਸੀ ਪਿਛਲੇ 1 ਸਾਲ ਤੋਂ, ਬਟ ਯੈਸ ਦੇ ਵਰ ਜਸਟ ਟਰਾਈਂਗ ਟੂ ਐਡਰੈਸ ਇਟ। ਬਟ ਉਹਨਾਂ ਨੇ 31 ਮਈ ਨੂੰ ਹੁਣ ਅਨਾਉਂਸ ਹੀ ਕਰਤਾ। ਤੇ ਦਿਸ ਇਜ਼ ਵਾਟ ਇਜ਼ ਐਨ ਆਈ ਓਪਨਰ ਫॉर ਦ ਸਟੂਡੈਂਟ, ਜਿਹੜੇ ਸਟੂਡੈਂਟਸ ਆਲਰੇਡੀ ਹੁਣ ਆਉਣਾ ਚਾਹੁੰਦੇ ਨੇ ਜਾਂ ਜਿਹੜੇ ਸਟੂਡੈਂਟ ਆਪਾਂ ਸੋਚ ਰਹੇ ਨੇ ਕਿ ਆਪਾਂ ਅਗਲੇ ਸਾਲ ਅਪਲਾਈ ਕਰਾਂਗੇ ਕੈਨੇਡਾ ਨੂੰ ਆਵਾਂਗੇ। ਤੇ ਗਵਰਨਮੈਂਟ ਨੇ ਜਿਹੜਾ 31 ਮਈ ਨੂੰ ਕੀਤਾ, ਉਹ ਕੀਤਾ ਕਿ ਹੁਣ ਟਾਰਗੇਟ ਬੇਸਡ ਡਰਾਜ਼ ਆਉਣਗੇ। ਕਹਿਣ ਦਾ ਮਤਲਬ ਜਿਹੜਾ ਪਰਮਨੈਂਟ ਰੈਜ਼ੀਡੈਂਸੀ ਨੂੰ ਆਪਾਂ ਅਗਰ ਦੇਖੋ ਬਲੰਟਲੀ ਅਗਰ ਕਹੀਏ ਕਿ ਕੈਨੇਡਾ ਨੂੰ ਕੋਈ ਕਿਉਂ ਚੂਜ਼ ਕਰਦਾ ਹੈ, ਕਿਉਂ ਅਸੀਂ ਯੂਐਸ ਤੋਂ ਜਾਂ ਯੂਰਪ ਤੋਂ ਕੈਨੇਡਾ ਦੀ ਵੱਲ ਆਉਂਦੇ ਨੇ, ਦੋ ਚੀਜ਼ਾਂ ਨੇ ਇਹਦੇ ਅੰਦਰ। ਪਹਿਲਾ ਇੱਕ ਕਿ ਸਾਨੂੰ ਲੱਗਦਾ ਹੈ ਕਿ ਆਪਣੇ ਭਾਈਚਾਰੇ ਦੇ ਬਹੁਤ ਲੋਕ ਇੱਥੇ ਪਹੁੰਚ ਗਏ ਨੇ ਤੇ ਯੈਸ ਓਬਵੀਅਸਲੀ ਆਪਾਂ ਨੂੰ ਆਪਣਾ ਵਰਗਾ ਹੀ ਦੇਸ਼ ਲੱਗਣ ਲੱਗਿਆ ਹੈ, ਇੱਕ ਚੀਜ਼। ਦੂਜੀ ਚੀਜ਼ ਹੈ ਕਿ ਇੱਥੇ ਪੀਆਰ ਪਾਥਵੇਜ਼ ਫॉर ਸਟੂਡੈਂਟਸ ਬਹੁਤ ਵਧੀਆ ਨੇ। ਯਾਨੀ ਤੁਸੀਂ ਐਜ਼ ਅ ਸਟੂਡੈਂਟ ਆਉਂਦੇ ਹੋ, ਤੁਹਾਨੂੰ ਵਰਕ ਪਰਮਿਟ ਦੇ ਟ੍ਰਾਂਜੀਸ਼ਨ ਐਂਡ ਦੈਨ ਰੀਅਲੀ ਤੁਸੀਂ ਸਲੋਲੀ ਆਪਣੀ ਪੀਆਰ ਪਾਥਵੇ ਯਾਨੀ ਤੁਸੀਂ ਸੈਟਲਮੈਂਟ ਵੱਲ ਚੱਲਦੇ ਹੋ। ਦੈਟਸ ਵਾਈ ਪੀਪਲ ਚੂਜ਼ ਕੈਨੇਡਾ। ਤਾਂ ਅਗਰ ਤੁਸੀਂ ਇਹਨੂੰ ਚੂਜ਼ ਕਰ ਹੀ ਰਹੇ ਹੋ ਤਾਂ ਯੂ ਸ਼ੁੱਡ ਸਟੱਡੀ ਕੈਨੇਡਾ। ਮਤਲਬ ਇੱਕ ਛੋਟਾ ਜਿਹਾ ਅਗਰ ਵਾਕਿਆ ਕਹੀਏ, ਮੈਂ ਪੰਜਾਬ ਵਿੱਚ ਲਾਸਟ ਈਅਰ ਗਿਆ, ਸਾਡਾ ਇੱਕ ਸੈਮੀਨਾਰ ਸੀਗਾ ਤੇ ਮੈਂ ਕਰੀਬ 90 ਬੱਚੇ ਆ ਗਏ ਉੱਥੇ ਸੈਮੀਨਾਰ ਵਿੱਚ। ਤੇ ਬੱਚਿਆਂ ਨੂੰ ਇੱਕ ਕੁਐਸਚਨ ਪੁੱਛਿਆ ਕਿ ਜੀ ਤੁਸੀਂ ਕੈਨੇਡਾ ਬਾਰੇ ਕੀ ਪਤਾ ਹੈ? ਯੂ ਵਿਲ ਬੀ ਸਰਪ੍ਰਾਈਜ਼, ਉਹ 'ਚੋਂ 60% ਬੱਚਿਆਂ ਨੇ ਸਰੀ ਗਿਆ ਤੇ 40% ਨੇ ਬਰੈਂਪਟਨ ਗਿਆ। ਤੇ ਆਈ ਵਾਜ਼ ਐਕਚੁਅਲੀ ਉਹਦਾ ਸਰਪ੍ਰਾਈਜ਼ ਵੀ ਹੋਇਆ ਤੇ ਮੈਨੂੰ ਲੱਗਿਆ ਨਹੀਂ ਦਿਸ ਇਜ਼ ਵਾਟ ਇਜ਼ ਲੈਕਿੰਗ देयर ਆਪਣੀ ਕੰਟਰੀ 'ਚ ਕਿ ਨਾ ਉੱਥੇ ਬੱਚਿਆਂ ਨੂੰ ਸਰੀ ਬਰੈਂਪਟਨ ਦੱਸਦੇ ਰਹਿੰਦੇ ਨੇ। ਮੈਂ ਉਹਨੂੰ ਸਮਝਾਇਆ, ਜੀਓਗ੍ਰਾਫੀ ਬਣਾ ਕੇ ਦਿਖਾਇਆ ਕਿ ਸਰੀ ਔਰ ਬਰੈਂਪਟਨ ਦੇ ਵਿੱਚ ਪੂਰਾ ਕੈਨੇਡਾ ਹੈ ਜੀ, ਬਿਲਕੁਲ। ਇੱਕ ਵੈਸਟ ਹੈਗਾ, ਇੱਕ ਈਸਟ ਹੈਗਾ। ਤੇ ਯੈਸ देयर आर so many provinces, so many other opportunities in Canada waiting for you। ਅਗਰ ਅਸੀਂ ਉਹਨੂੰ ਐਕਸਪਲੋਰ ਕਰਕੇ ਬੈਕਵਰਡ ਇੰਟੀਗ੍ਰੇਸ਼ਨ ਕਰੀਏ ਤੇ ਆਪਾਂ ਆਪਣਾ ਕੋਰਸ ਦੀ ਚੋਇਸ ਨੂੰ ਵੀ ਉਸ ਹਿਸਾਬ ਨਾਲ ਰੱਖੀਏ ਜਿਹੜੀ ਅਨਾਉਂਸਮੈਂਟ ਹੁਣ ਕੈਨੇਡਾ ਗਵਰਨਮੈਂਟ ਨੇ ਕੀਤੀ ਹੈ। ਜਿਵੇਂ ਨਾਓ ਦੇ ਆਰ ਫੋਕਸਿੰਗ ਔਨ STEM यानी कि साइंस, टैक्नोलॉजी, इंजीनियरिंग और मैथ्स ਦੇ ਕੋਰਸਿਸ, यानी ਉਹ ਵਾਲੀ ਫੀਲਡਸ, ਕਿਉਂਕਿ ਉੱਥੇ ਜੌਬ ਦੀ ਘਾਟ ਹੈਗੀ ਹੈ, ਜੌਬ ਹੈਗੀ ਹੈ ਲੇਕਿਨ ਲੋਕਾਂ ਦੀ ਘਾਟ ਹੈਗੀ ਹੈ। ਤੇ ਉੱਥੇ ਦੇ ਆਰ ਪਲੱਸ ਐਗਰੀਕਲਚਰ ਜੌਬਸ, ਦੇ ਆਰ ਐਕਚੁਅਲੀ ਦੇ ਵਾਂਟ ਪੀਪਲ ਟੂ ਗੋ ਇਨਟੂ ਦੈਟ। ਦੈਨ ਉਹਨਾਂ ਨੂੰ ਚਾਹੀਦਾ ਹੈ ਕਿ ਬੱਚੇ ਆਈਟੀ ਦੀ ਫੀਲਡ ਦੇ ਅੰਦਰ ਜਾਣ, ਦੈਨ ਚਾਹੁੰਦੇ ਨੇ ਹੈਲਥ ਕੇਅਰ ਅੰਦਰ। ਹੈਲਥ ਕੇਅਰ ਇਜ਼ ਵਨ ਆਫ ਦ ਮੇਜਰ। ਤੇ ਆਪਾਂ ਅਗਰ ਕਹਾਂਗੇ ਅਗਰ ਕੋਈ ਬੱਚਾ ਹੈਲਥ ਕੇਅਰ ਦੇ ਕੋਰਸਿਸ ਨੂੰ ਕਰਦਾ ਹੈ, ਮੈਂ ਮਤਲਬ ਹੈਲਥ ਕੇਅਰ ਦੇ ਨਾ ਇੰਡੀਆ ਨੂੰ ਰਿਲੇਟ ਕਰਦੇ ਨੇ ਜੀ ਡਾਕਟਰ ਨਹੀਂ ਬਣਨਾ ਬੱਚੇ ਨੇ, ਡਾਕਟਰ ਨਹੀਂ ਹੈ। ਦੇयर ਆਰ ਨੰਬਰ ਆਫ ਅਦਰ ਹੈਲਥ ਕੇਅਰ ਅਸਿਸਟੈਂਟ ਕੋਰਸਿਸ, ਬਹੁਤ ਸਾਰੇ ਕੋਰਸਿਸ ਇਹੋ ਜਿਹੇ ਨੇ ਜਿਹੜੇ ਕੋਰਸਿਸ ਵਿੱਚ ਅਸੀਂ ਆ ਕਰ ਇੱਥੇ ਇਨ ਡਿਮਾਂਡ ਜਿਹੜੀ ਲੇਬਰ ਫੋਰਸ ਹੈ ਉੱਥੇ ਅਸੀਂ ਪਾਰਟ ਲਵਾਂਗੇ ਤੇ ਆਈ ਕੈਨ ਗਾਰੰਟੀ ਇੱਕ ਤੇ ਬੱਚੇ ਦੀ ਪੜ੍ਹਾਈ ਵੀ ਉਹਨੂੰ ਵਧੀਆ ਲੱਗੇਗੀ, ਦੂਜਾ ਇੱਥੇ ਆਉਂਦੇ ਉਹਨੂੰ ਜੌਬਸ ਉਹ ਮਿਲ ਜਾਣਗੀਆਂ ਜਿਹੜੀ ਉਹ ਸੋਚ ਕੇ ਕੈਨੇਡਾ ਨੂੰ ਆਉਂਦਾ ਹੈ ਵੀ ਆਉਂਦੇ ਹੀ $25 $30 ਪਰ ਘੰਟੇ ਦੀ ਜੌਬ ਮਿਲਣਾ ਇੱਕ ਕੋਈ ਬਹੁਤ ਮੁਸ਼ਕਿਲ ਗੱਲ ਨਹੀਂ ਹੈ ਇਨ ਫੀਲਡਸ ਵਿੱਚ। ਇੱਕ ਜਿਹੜੀ ਅਗਰ ਆਪਾਂ ਸਪੈਸੀਫਿਕ ਲਈਏ ਅੱਜ ਕੱਲ੍ਹ ਚੱਲਦੀ ਪਈ ਹੈ ਬਹੁਤ ਜ਼ਿਆਦਾ, ਉਹ ਹੈਗੀ ਹੈ ECEA ਯਾਨੀ ਕਿ ਬੇਸਿਕਲੀ ਐਜੂਕੇਸ਼ਨ ਅਸਿਸਟੈਂਟ ਵਾਲੇ ਜਿਹੜੇ ਕੋਰਸਿਸ ਨੇ ਜੀ, ਬਿਲਕੁਲ अर्ਲੀ ਚਾਈਲਡਹੁੱਡ ਐਜੂਕੇਸ਼ਨ, ਉਹ ਬਹੁਤ ਜ਼ਿਆਦਾ ਡਿਮਾਂਡ ਵਿੱਚ ਨੇ। ਇਹਦੇ ਪਿੱਛੇ ਵੀ ਕਿਉਂ ਨੇ? ਕਿਉਂਕਿ ਇੱਥੇ ਵਰਕਫੋਰਸ ਬਹੁਤ ਵੱਧਦੀ ਪਈ ਹੈ। ਵਰਕਫੋਰਸ ਹੁੰਦੀ ਹੈ ਦੈਨ ਉਹਨਾਂ ਕੋਲ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਬੱਚਿਆਂ ਵਾਸਤੇ, ਤੇ ਦੇ ਨੀਡ ਸਮ ਡੇ ਕੇਅਰਸ ਐਂਡ ਐਨੀ
अर्ली ਚਾਈਲਡਹੁੱਡ ਵਾਸਤੇ ਕੁਝ ਇੱਥੇ ਬਹੁਤ ਜ਼ਿਆਦਾ ਡਿਮਾਂਡ ਹੈਗੀ ਹੈ। ਸੋ ਨਿਤਿਨ ਜੀ, ਜਿਵੇਂ ਵੱਧਦੀ ਪੋਪੂਲੇਸ਼ਨ ਹੈ ਉਸ ਦੇ ਹਿਸਾਬ ਨਾਲ ਜਿਹੜੇ ਕਰੀਅਰ ਦੀ ਡਿਮਾਂਡ ਹੈ, ਉਹ ਜਿਹੜਾ ਕਰੀਅਰ ਹੈ ਉਸ ਦੇ ਵਾਸਤੇ ਨਵੇਂ ਬੱਚਿਆਂ ਨੂੰ ਜਾਂ ਜਿਹੜੇ ਲੋਕ ਪੀਆਰ ਵਾਸਤੇ ਆਣਾ ਚਾਹੁੰਦੇ ਨੇ ਉਹਨਾਂ ਨੂੰ ਅਟਰੈਕਟ ਕੀਤਾ ਜਾਂਦਾ ਹੈ। ਬਟ ਕਈ ਵਾਰੀ ਅਸੀਂ ਦੇਖਨੇ ਆ ਕਿ ਲੈਟ ਜਸਟ ਸੇ ਨੈਨੀ ਦੀ ਡਿਮਾਂਡ ਹੈ, ਜਾਂ ਲੈਟ ਜਸਟ ਸੇ ਜਿਵੇਂ ਤੁਸੀਂ ਦੱਸਿਆ ਕਿ ਅਰਲੀ ਚਾਈਲਡ ਐਜੂਕੇਟਰ ਦੀ ਡਿਮਾਂਡ ਹੈ, ਰਾਈਟ? ਸੋ ਇਹ ਜਿਹੜੇ ਕੋਰਸਸ ਨੇ ਇਹਦੇ ਵਾਸਤੇ ਬਹੁਤ ਘੱਟ ਬੱਚੇ ਕੁਆਲੀਫਾਈਡ ਹੁੰਦੇ ਨੇ ਜਾਂ ਸਕਿਲਡ ਹੁੰਦੇ ਨੇ। ਪਰ ਅਸੀਂ ਕਈ ਵਾਰੀ ਦੇਖਨੇ, ਜਦੋਂ ਮੈਂ ਇੰਡੀਆ ਤੋਂ ਆ ਰਹੀ ਸੀ, ਮੈਂ ਕਈ ਵਾਰੀ ਦੇਖਿਆ ਕੁਝ ਇਸ ਤਰ੍ਹਾਂ ਦੇ ਬੱਚੇ ਜੋ ਇਸ ਫੀਲਡ ਲਈ ਐਪਰੋਪਰੀਏਟ ਨਹੀਂ ਸਨ, ਫਿਰ ਵੀ ਉਹਨਾਂ ਨੇ ਵੀਜ਼ਾ ਲਗਵਾਇਆ ਜਾਂ ਇਸ ਕੋਰਸ ਵਿੱਚ ਇਨਰੋਲ ਕੀਤਾ ਤੇ ਇੱਥੇ ਆਏ। ਹੁਣ ਜੇ ਉਸ ਤੁਸੀਂ ਇਨਸਾਨ ਨੂੰ ਦੇਖੋਗੇ ਤੁਹਾਨੂੰ ਲੱਗੇਗਾ ਇਹ ਇਨਸਾਨ ਕੁਆਲੀਫਾਈਡ ਨਹੀਂ ਹੈ। ਹੁਣ ਇਹੋ ਜਿਹੇ ਇਨਸਾਨ ਜਾਂ ਹੋਰ ਕਈ ਤਰ੍ਹਾਂ ਦੇ ਇਨਸਾਨ ਹੋ ਸਕਦੇ ਨੇ ਜਿਨ੍ਹਾਂ ਨੂੰ ਇੱਥੇ ਆ ਕੇ ਲੱਗਦਾ ਕਿ ਜਿਵੇਂ ਮੈਂ ਆਈਟੀ ਕੀਤੀ ਜਾਂ ਮੈਂ ਕੰਪਿਊਟਰ ਸਾਇੰਸ ਲਿਆ ਜਾਂ ਮੈਂ ਮੈਡੀਕਲ ਲਿਆ, ਬਟ ਅੱਜ ਮੈਂ ਰਿਟੇਲ ਵਿੱਚ ਹੀ ਖੁਸ਼ ਹਾਂ ਜਾਂ ਮੈਂ ਕਿਸੇ ਆਫਿਸ 'ਚ ਐਡਮਿਨ ਜੌਬ 'ਚ ਹੀ ਖੁਸ਼ ਹਾਂ। ਇਹ ਤੁਹਾਨੂੰ ਲੱਗਦਾ ਨਹੀਂ ਕਿ ਇਹ ਕਰੀਅਰ ਦੇ ਵਿੱਚ ਜਿਹੜੀ ਡਾਇਰੈਕਟਨੈਸ ਹੈ ਉਹ ਨਹੀਂ ਹੈ, ਤੇ ਕੀ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪੈ ਰਿਹਾ? ਕੰਪਰੋਮਾਈਜ਼ ਉਹਨਾਂ ਨੂੰ ਨਾ ਕਰਨਾ ਪਵੇ, ਇਸ ਲਈ ਉਹ ਕੀ ਕਰ ਸਕਦੇ ਨੇ? ਬਿਲਕੁਲ ਯੂ ਆਰ ਰਾਈਟ, ਕੰਪਰੋਮਾਈਜ਼ ਕਰਨਾ ਪੈ ਰਿਹਾ ਉਹਨਾਂ ਨੂੰ, ਕਿਉਂਕਿ ਫਿਰ ਉਹੀ ਵਾਲੀ ਗੱਲ ਆ ਜਾਂਦੀ ਉਹਨਾਂ ਨੂੰ ਆਪਣੀ ਫੀਲਡ ਦੀ ਜੌਬ ਨਹੀਂ ਮਿਲ ਰਹੀ। ਉਹ ਕਿਉਂ ਨਹੀਂ ਮਿਲ ਰਹੀ? ਬਿਕੋਜ਼ ਐਕਸਪੈਕਟੇਸ਼ਨਸ ਹੋ ਗਈਆਂ, ਪਲੱਸ ਆਪਣੀ ਜਿਹੜੀ ਸਕਿੱਲਸ ਅਸੀਂ ਲੈ ਕੇ ਆਏ ਨਾ, ਜੋ ਤੁਸੀਂ ਕਿਹਾ ਕਿ ਹੀ ਵਾਸ ਨਾਟ ਐਕਚੁਅਲੀ ਮੇਡ ਫॉर दैट ਫੀਲਡ, ਬਟ ਉਹਨੇ ਉਸ ਫੀਲਡ ਦੀ ਜੌਬ, ਉਸ ਫੀਲਡ ਦੀ ਐਜੂਕੇਸ਼ਨ ਵਾਸਤੇ ਆਪਟ ਕਰ ਲਿਆ। ਕੋਈ ਵੀ ਪ੍ਰੈਸ਼ਰ ਸੀਗਾ ਉੱਥੇ, ਮੇਬੀ ਕੰਸਲਟੈਂਟ ਨੇ ਐਡਵਾਈਸ ਕੀਤਾ ਜਾਂ ਕਿਸੇ ਪੁਰਾਣੇ ਬੰਦਾ ਗਿਆ ਸੀ ਉੱਥੇ, ਉਹਨੂੰ ਦੇਖ ਕੇ ਉਹਨੇ ਚੂਜ਼ ਕਰ ਲਿਆ, ਬਟ ਇੱਥੇ ਆ ਕੇ ਉਹ ਉਸ ਫੀਲਡ ਦੇ ਅੰਦਰ ਐਕਸੈਲ ਨਹੀਂ ਕਰ ਪਾਇਆ। ਉਹਨੇ ਮਸਾਂ ਹੀ ਉਹ ਕੋਰਸ ਪੂਰਾ ਕੀਤਾ, ਨਾਓ ਹੀ ਵਾਂਟਸ ਕਿ ਮੈਂ ਇਹਦੇ 'ਚ ਕੰਮ ਹੀ ਨਾ ਕਰਾਂ, ਜਾਂ ਫਿਰ ਉਸ ਫੀਲਡ 'ਚ ਉਹਨੂੰ ਕੰਮ ਮਿਲਦਾ ਹੀ ਨਹੀਂ। ਬਿਕੋਜ਼ ਆਬਵੀਅਸਲੀ ਇੱਥੇ ਵੀ ਤੁਹਾਨੂੰ ਪਤਾ ਸਕਰੀਨਿੰਗ ਹੁੰਦੀ ਹੈ, ਐਜੂਕੇਸ਼ਨ ਤੁਸੀਂ ਕਿਸੇ ਵੀ ਜੌਬ ਵਾਸਤੇ ਜਾਓਗੇ ਦੇ ਵਿਲ ਟੇਕ ਐਨ ਇੰਟਰਵਿਊ ਐਂਡ ਦੇ ਉਹਨੂੰ ਪਤਾ ਚੱਲ ਜਾਣਾ ਉਹਨਾਂ ਨੂੰ ਕਿ ਵੀ ਹੀ ਇਜ਼ ਫਿਟ ਫॉर द ਜੌਬ ਔਰ ਨੋ। ਸੋ ਦੈਟਸ ਵਾਈ ਜਿਸ ਫੀਲਡ 'ਚ ਤੁਹਾਡਾ ਇੰਟਰਸਟ ਹੈ, ਜਿਸ ਫੀਲਡ ਦੀ ਤੁਹਾਡੀ ਪੁਰਾਣੀ ਸਟੱਡੀ ਹੈ, तो मैं मतलब कहना ना कि ਅਸੀਂ ਕਹਿੰਦੇ ਆ ਸਾਡੇ ਕੋਲ ਬੱਚੇ ਆਉਂਦੇ ਨੇ ਸਾਡੀ ਫਾਈਲ ਅਸੈਸ ਕਰ ਦਿਓ ਫॉर ਪੀਆਰ, ਮੈਂ ਉਹਨੂੰ ਕਹਿੰਦਾ ਜੀ ਇਹੀ ਤੁਹਾਡੀ ਅਪਰੋਚ ਹੋਣੀ ਚਾਹੀਦੀ। ਜਦ ਤੁਸੀਂ ਆਪਣੀ ਸਟੱਡੀ ਪਰਮਿਟ ਵਾਸਤੇ ਜਾਂਦੇ ਹੋ, ਤੁਸੀਂ ਜਾ ਕੇ ਕੰਸਲਟੈਂਟ ਨੂੰ ਕਹੋ ਸਾਡੀ ਫਾਈਲ ਅਸੈਸ ਕਰ ਦਿਓ ਫॉर द ਕੋਰਸਿਸ ਆਈ ਐਮ ਕੁਆਲੀਫਾਈਡ। ਉਹ ਚੀਜ਼ ਮਿਸ ਹੋ ਰਹੀ ਹੈ, ਉਹ ਚੀਜ਼ ਅਸੀਂ ਲੈਕ ਕਰਦੇ ਪਏ ਇਸ ਵੇਲੇ। ਦੈਟ ਇਜ਼ ਵਾਟ ਐਕਚੁਅਲੀ ਆਈ ਵਾਂਟ ਟੂ ਸ਼ੇਅਰ। ਤੇ ਇੱਕ ਬਹੁਤ ਵੱਡਾ ਆਈ ਓਪਨਰ ਇਹ ਵੀ ਹੈ ਕਿ ਅਸੀਂ ਕਹਿੰਦੇ ਹਾਂ ਜੀ ਇੰਡੀਆ ਤੋਂ ਸਟੂਡੈਂਟਸ ਦੇ ਵੀਜ਼ੇ ਬਹੁਤ ਰਿਜੈਕਟ ਹੋ ਰਹੇ ਨੇ, ਤੇ ਅਗਰ ਆਪਾਂ ਫਿਗਰਸ ਤੇ ਜਾਈਏ ਨਾ, ਤਾਂ ਲਾਸਟ ਈਅਰ ਇੰਡੀਆ ਮਤਲਬ ਕੈਨੇਡਾ ਨੇ 5,51,000 ਸਟੱਡੀ ਪਰਮਿਟਸ ਵੰਡੇ ਸੀਗੇ। ਮਤਲਬ that was one of the highest in Canadian history। yes, Canadian history ਸੀਗਾ। ਤੇ ਉਹਦੇ ਚੋਂ ਆਪਣੇ ਇੰਡੀਅਨਸ ਨੂੰ ਯਾਨੀ ਇੰਡੀਅਨ ਬੱਚਿਆਂ ਨੂੰ 2,26,000 ਸਟੱਡੀ ਪਰਮਿਟ ਦਿੱਤੇ ਗਏ, which is around 45% of the total study permits granted। ਤੇ ਇਸ ਤੋਂ ਹੀ ਵੱਡੀ ਜਿਹੜੀ ਅਗਰ ਕਵਾਂਗੇ ਨਾ ਉਹ ਨਿਊਜ਼ ਹੈਗੀ ਕਿ ਜੇ ਸੈਕੰਡ ਲਾਰਜੈਸਟ ਕੰਟਰੀ ਸੀਗੀ, ਜੇ ਸਭ ਨੂੰ ਪਤਾ ਚਾਈਨਾ ਹੀ ਹੋਣੀ ਸੀਗੀ, ਉਹਨਾਂ ਨੂੰ 52,000 ਦਿੱਤੇ ਗਏ। ਤੇ ਯਾਨੀ ਵੀ ਆਰ ਆਲਰੇਡੀ ਯੂ ਕੈਨ ਸੇ ਔਨ ਦ ਟੌਪ ਲਿਸਟ ਆਫ ਸਟੱਡੀ ਪਰਮਿਟ ਹੋਲਡਰਸ ਇਨ ਕੈਨੇਡਾ। ਅਗਰ ਇਹ ਫਿਗਰ ਨੂੰ ਆਪਾਂ ਲੈ ਕੇ ਜਾਈਏ ਕਿ ਐਜ਼ ਔਨ 31 ਦਸੰਬਰ 2022 ਕਿੰਨੇ ਸਟੂਡੈਂਟ ਸੀਗੇ ਕੈਨੇਡਾ ਵਿੱਚ, ਤੇ ਕਰੀਬ 8 ਲੱਖ ਸੀਗੇ। ਉਹਦੇ ਵਿੱਚ ਵੀ ਇਹ ਫਿਗਰ ਅਸੀਂ 3,35,40,000 ਇੰਡੀਅਨ ਸੀਗੇ। ਤੇ ਯਾਨੀ ਵੀ ਆਰ ਪਾਰਟ ਆਫ number one part of you can say study force here in Canada। ਉਹਦੇ ਬਾਅਦ ਇਹੋ ਬੱਚੇ ਵਰਕ ਫੋਰਸ ਵਿੱਚ ਕਨਵਰਟ ਹੁੰਦੇ ਨੇ, ਯਾਨੀ ਉੱਥੇ ਵੀ ਅਸੀਂ ਨੰਬਰ 1 ਹੀ ਹੋਵਾਂਗੇ ਨੰਬਰਸ ਵਿੱਚ, ਕਿਉਂਕਿ ਨੰਬਰ ਜਿਹੜੇ ਉੱਥੋਂ ਹੀ ਆ ਰਹੇ ਨੇ। ਯਾਨੀ ਇਫ ਵੀ ਆਰ good in numbers तो why not we become good in quality ਜੀ। तो ਆਪਾਂ ਨੂੰ ਕੁਆਲਿਟੀ ਵਾਲੇ ਵੀ ਜਾਣਾ ਹੈ, ਤੇ ਆਪਾਂ ਨੂੰ ਕੀ ਕਰਨਾ ਹੈ, ਜਿਹੜੇ ਕੋਰਸਿਸ ਆਪਾਂ ਅਗਰ ਅੱਜ ਦੀ ਡੇਟ 'ਤੇ ਗਵਰਨਮੈਂਟ ਨੇ ਸਾਨੂੰ ਬਹੁਤ ਹੀ ਵਧੀਆ ਤੁਹਾਨੂੰ ਅਨਾਉਂਸਮੈਂਟ ਦੇ ਕੇ ਨਾ ਤੁਹਾਨੂੰ ਕੈਟਾਗਰੀਜ਼ ਹੀ ਦੇਤੀਆਂ ਬੱਚਿਆਂ ਨੂੰ ਕਿ ਵੀ ਇਸ ਕੈਟਾਗਰੀਜ਼ ਨੂੰ ਫੋਕਸ ਕਰੋ। ਅਗਰ ਤੁਸੀਂ ਉਨ ਕੈਟਾਗਰੀਜ਼ ਨੂੰ ਫੋਕਸ ਕਰਕੇ ਆਪਣੇ ਜਿਹੜੇ ਵੀ ਫੀਲਡ ਵਿੱਚ ਤੁਸੀਂ ਆਲਰੇਡੀ ਪੜ੍ਹੇ ਹੋ 12ਵੀਂ ਤੱਕ ਜਾਂ ਗ੍ਰੈਜੂਏਸ਼ਨ ਤੱਕ, ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ, ਉਨ ਕੈਟਾਗਰੀਜ਼ ਨੂੰ ਫੋਕਸ ਕਰਕੇ ਉਨ ਕੈਟਾਗਰੀਜ਼ ਦੇ ਕੋਰਸਿਸ ਨੂੰ ਦੇਖ ਕੇ ਤੁਸੀਂ ਯੂ ਹੈਵ ਟੂ ਐਕਚੁਅਲੀ ਆਫਰ ਦੋਜ਼ ਕੋਰਸਿਸ, ਤਾਂ ਕਿ ਤੁਸੀਂ ਇੱਥੇ ਆਓ, ਆ ਕੇ ਤੁਸੀਂ ਜਦ ਆਪਣਾ ਉਹ ਕੋਰਸ ਕੰਪਲੀਟ ਕਰਦੇ ਹੋ, ਯੂ ਬਿਕਮ ਪਾਰਟ ਆਫ ਯੂ ਕੈਨ ਸੇ ਉਹ ਵਾਲੀ ਵਰਕਫੋਰਸ ਜਿਹੜੀ ਡਿਮਾਂਡ 'ਚ ਹੈ ਜੀ। ਹਾਂ, ਤੁਸੀਂ ਐਵੇਂ ਦਾ ਕੋਰਸ ਲੈ ਲਓ ਜਿੱਥੇ ਤੁਸੀਂ ਕੋਰਸ ਕਰਨ ਤੋਂ ਬਾਅਦ ਯੈਸ ਤੁਸੀਂ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਮੈਨੂੰ ਮਿਲ ਗਿਆ, ਬਟ ਤੁਹਾਨੂੰ ਤੁਹਾਡੀ ਮਤਲਬ ਵੀ ਜੌਬ ਨਾ ਮਿਲੇ, ਤੇ ਉਹਦਾ ਕੋਈ ਫਾਇਦਾ ਨਹੀਂ ਹੈ ਨਾ ਫਿਰ ਜੀ। ਤਾਂ ਦੈਟ ਇਜ਼ ਵਾਟ ਐਕਚੁਅਲੀ ਇਜ਼ ਲੈਕਿੰਗ, ਐਂਡ ਆਪਾਂ ਨੂੰ ਕਰਨਾ ਚਾਹੀਦਾ। ਹੁਣ ਬਹੁਤ ਸਾਰੇ ਸਟੂਡੈਂਟ, ਜਿਵੇਂ ਤੁਸੀਂ ਦੱਸਿਆ ਕਿ ਜਿਵੇਂ ਤੁਸੀਂ ਜਿਹੜੇ ਸਾਡੇ ਨਾਲ ਸਟੈਟਿਸਟਿਕ ਸ਼ੇਅਰ ਕੀਤੇ ਨੇ, ਕੁਆਂਟੀਟੀ ਦੇ ਉੱਪਰ ਜ਼ਿਆਦਾ ਧਿਆਨ ਹੈ ਬਟ ਕੁਆਲਿਟੀ ਦੇ ਉੱਪਰ ਧਿਆਨ ਬਹੁਤ ਘੱਟ ਹੈ। ਅਤੇ ਇਸ ਤੋਂ ਇਲਾਵਾ ਕਈ ਵਾਰੀ ਸਟੂਡੈਂਟਸ ਦੀ ਮੈਂਟੈਲਿਟੀ ਮੈਂ ਇਹ ਵੀ ਦੇਖੀ ਹੈ, ਔਰ ਜੋ ਮੈਨੂੰ ਲੱਗਦਾ ਕਿਸੇ ਹੱਦ ਤੱਕ ਸ਼ਾਇਦ ਸਹੀ ਵੀ ਹੈ, ਕਿਉਂਕਿ ਪੀਅਰ ਪ੍ਰੈਸ਼ਰ ਵੀ ਹੈ। ਉਹਨਾਂ ਨੂੰ ਲੱਗਦਾ ਕਿ ਇੱਕ ਵਾਰ ਪੀਆਰ ਆ ਜਾਏਗੀ ਉਸ ਤੋਂ ਬਾਅਦ ਅਸੀਂ ਕੋਰਸ ਪਰਸਿਊ ਕਰਾਂਗੇ ਕਿਉਂਕਿ ਫੀਸ ਬਹੁਤ ਘੱਟ ਹੋ ਜਾਵੇਗੀ, ਪਰ ਉਹ ਕੋਰਸਸ ਕਿੰਨੇ ਕੁ ਲੋਕ ਕਰ ਪਾਉਂਦੇ ਨੇ ਇਹ ਵੀ ਸਾਨੂੰ ਪਰਸੈਂਟੇਜ ਪਤਾ ਹੈ। ਇਟ ਇਜ਼ ਲਾਈਕ ਮਿਨੀਮਲ ਰਾਈਟ ਨਾਓ। ਸੋ ਇਹ ਜਿਹੜਾ ਉਸ ਸਮੇਂ ਜਿਹੜਾ ਮਾਈਂਡ ਸੈਟ ਹੈ, ਇਸ ਨੂੰ ਕਿਸ ਤਰ੍ਹਾਂ ਚੇਂਜ ਕੀਤਾ ਜਾ ਸਕਦਾ ਹੈ? ਬਿਕੋਜ਼ ਆਬਵੀਅਸਲੀ ਪੀਅਰ ਅਚੀਵ ਕਰਨ ਤੋਂ ਬਾਅਦ ਪ੍ਰਾਇੋਰਟੀਜ਼ ਬਹੁਤ ਜ਼ਿਆਦਾ ਚੇਂਜ ਹੋ ਜਾਂਦੀਆਂ ਨੇ। ਪੀਅਰ ਪ੍ਰੈਸ਼ਰ ਹੈ, ਸੋਸ਼ਲ ਪ੍ਰੈਸ਼ਰ ਹੈ, ਜਾਂ ਫਿਰ ਕਲਚਰਲ ਪ੍ਰੈਸ਼ਰ ਹੈ, ਇਸ ਨੂੰ ਤੁਸੀਂ ਕਿਸ ਤਰ੍ਹਾਂ ਡਿਫਾਈਨ ਕਰੋਗੇ? ਨਹੀਂ, ਬਿਲਕੁਲ ਮੈਂ ਤੁਹਾਨੂੰ ਇਹਦਾ ਇੱਕ ਬਹੁਤ ਛੋਟਾ ਜਿਹਾ ਐਗਜ਼ਾਮਪਲ ਦੇਣਾ ਜੀ। ਮੇਰੀ ਕਿਸੇ ਨੇ ਮੇਰੀ ਐਕਚੁਅਲੀ ਵੀ ਆਰ ਐਕਚੁਅਲੀ ਹਾਇਰਿੰਗ, ਤੇ ਕਿਸੇ ਜੌਬ ਦੀ ਉੱਥੋਂ ਮੈਨੂੰ ਕਿਸੇ ਨੇ ਭੇਜੀ ਆਪਣੀ CV, ਤੇ ਮੈਂ ਉਹਨਾਂ ਨੂੰ ਕਾਲ ਕੀਤਾ, ਮੈਂ ਜੀ ਤੁਹਾਡਾ ਜੀ ਕੁਆਲੀਫਿਕੇਸ਼ਨ ਕੀ ਹੈ? ਕਹਿੰਦੀ ਮੈਂ PR ਹਾਂ।
ਤੇ ਮੈਂ ਉਹਨੂੰ ਕਿਹਾ ਜੀ PR ਇਜ਼ ਨਾਟ ਅ ਕੁਆਲੀਫਿਕੇਸ਼ਨ। ਤਾਂ ਬੇਸਿਕਲੀ ਇਹੀ ਸਾਡੀ ਮਿਸਕਨਸੈਪਸ਼ਨ ਹੈ। ਬੱਚੇ ਸੋਚਦੇ ਨੇ ਕਿ PR ਹੋ ਗਈ ਤੇ ਹੁਣ ਸਾਨੂੰ ਜੌਬ ਈਜ਼ੀਲੀ ਮਿਲ ਜਾਣੀ ਹੈ। PR ਇਜ਼ ਅ ਸਟੇਟਸ, PR ਇਜ਼ ਨਾਟ your skill, you're not your qualification, but yes obviously back home pressure ਹੁੰਦਾ ਹੈ ਵੀ ਤੈਨੂੰ ਇੰਨੇ ਸਾਲ ਹੋ ਗਏ, ਉਹ ਮੁੰਡਾ ਪੱਕਾ ਹੋ ਗਿਆ, ਤੂੰ ਨਹੀਂ ਹੋਇਆ, ਤੇ ਉਹ ਪ੍ਰੈਸ਼ਰ ਅੰਦਰ ਬੱਚੇ ਰਹਿੰਦੇ ਨੇ। ਬਟ ਇੱਥੇ ਜਦ ਆਉਂਦੇ ਨੇ ਪਤਾ ਚੱਲਦਾ ਹੈ ਕੋਸਟ ਆਫ ਲਿਵਿੰਗ ਇਜ਼ ਵੈਰੀ ਹਾਈ। ਇੱਕ ਵਾਰੀ ਅਗਰ ਤੁਸੀਂ ਇਹ ਚ ਗੇੜੇ ਚ ਪੈ ਗਏ, ਜਿਹੜਾ ਰਿਟੇਲ ਦਾ ਤੁਸੀਂ ਕਿਹਾ ਜਾਂ ਫੂਡ ਚੇਨਸ ਜਾਂ ਜਿੱਥੇ ਮਰਜ਼ੀ ਤੁਸੀਂ ਇੱਕ ਨਾਰਮਲ ਇੱਕ ਜੌਬਸ ਕਰਨ ਲੱਗ ਗਏ, ਤੁਸੀਂ ਉਹ 'ਚ ਫਿਰ ਸਰਕਲ ਇਸ ਪੈ ਜਾਂਦੇ ਹੋ। ਉਹ ਸਰਕਲ ਤੁਹਾਡਾ ਫਿਰ ਤੁਸੀਂ ਇੱਥੇ ਆਉਂਦੇ ਹੋ, PR ਹੁੰਦੀ ਹੈ, ਫਿਰ ਪ੍ਰੈਸ਼ਰ ਹੁੰਦਾ ਵਿਆਹ ਕਰ ਲਓ, ਫਿਰ ਪ੍ਰੈਸ਼ਰ ਹੁੰਦਾ ਜੀ ਕਰ ਲੈ ਲਓ, ਤੇ ਬੰਦਾ ਉਸ ਖਰਚੇ 'ਚ ਪੈ ਜਾਂਦਾ। ਤਾਂ ਬੰਦਾ ਕਦੀ ਆਪਣਾ ਜਿਹੜਾ ਐਕਚੁਅਲ ਉਹ ਸੋਚ ਕੇ ਆਇਆ ਸੀਗਾ ਕੈਰੀਅਰ ਪਰਸਿਊ ਕਰਨ ਨੂੰ, ਉੱਥੇ ਜਾ ਹੀ ਨਹੀਂ ਪਾਉਂਦਾ। ਯੂ ਆਰ ਰਾਈਟ, ਬਹੁਤ ਹੀ ਮਿਨੀਮਲ ਲੋਕ ਹੋ ਜਾਂਦੇ ਨੇ ਜਿਹੜੇ PR ਤੋਂ ਬਾਅਦ ਪੜ੍ਹਾਈ ਪਰਸਿਊ ਕਰ ਪਾਉਂਦੇ ਨੇ, ਬਿਕੋਜ਼ PR ਤੋਂ ਬਾਅਦ ਤੁਹਾਡੀ ਹੋਰ ਪ੍ਰਾਇੋਰਟੀਜ਼ ਹੋ ਜਾਂਦੀਆਂ। ਆਬਵੀਅਸਲੀ ਸਾਡਾ ਸੋਸ਼ਲ ਕਲਚਰ ਇਹੋ ਜਿਹਾ ਦੀ ਕਹਿੰਦੇ ਨਹੀਂ ਮੁੰਡਾ ਪੱਕਾ ਹੋ ਗਿਆ ਉਹਨੂੰ ਵਿਆਹ ਦਿਓ, ਜਾਂ ਕੁੜੀ ਪੱਕੀ ਹੋ ਗਈ ਵਿਆਹ ਦਿਓ, ਤੇ ਫਿਰ ਉਹ ਜਦ ਤੁਹਾਡੀ ਵਿਆਹ ਹੋ ਗਿਆ ਇੱਕ ਵਾਰ ਤਾਂ ਤੁਹਾਡੀ ਫਿਰ ਆਪਣਾ ਤੁਹਾਡੀ ਡਿਫਰੈਂਟ ਲਾਈਫ ਸ਼ੁਰੂ ਹੋ ਜਾਂਦੀ। ਸੋ ਆਈ ਵੁੱਡ ਸੇ ਯੈਸ, ਜਦ ਤੁਸੀਂ ਫੋਕਸ ਕਰਨਾ ਹੈ, ਮੈਂ ਸਭ ਨੂੰ ਸਮਝਾਉਂਦਾ, ਬੱਚੇ ਆਉਂਦੇ ਨੇ ਜੀ ਪਲੇਨ ਪੇਪਰ ਲਓ, ਤੁਸੀਂ ਦੇਖੋ ਅੱਜ ਤੋਂ 5 ਸਾਲ ਬਾਅਦ ਤੁਸੀਂ ਕਿੱਥੇ ਪਹੁੰਚਣਾ ਹੈ, ਐਂਡ ਦੈਨ ਬੈਕਵਰਡ ਇੰਟੀਗ੍ਰੇਸ਼ਨ ਕਰੋ। ਹੁਣ ਤੁਸੀਂ ਦੇਖੋ, ਤੁਸੀਂ 5 ਸਾਲ ਬਾਅਦ ਅਗਰ ਕੈਨੇਡਾ ਦੀ PR ਲੈਣੀ ਹੈ ਸਟੱਡੀ ਕਰਨ ਤੋਂ ਬਾਅਦ, ਤੁਹਾਨੂੰ ਪਤਾ ਹੈ 2 ਸਾਲ ਦਾ ਮੇਰਾ ਕੋਰਸ ਹੈ, ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਤੁਸੀਂ ਕੋਸ਼ਿਸ਼ ਕਰੋ ਤੁਸੀਂ ਉਹੀ ਕੋਰਸ ਲਓ ਜਿਸ ਕੋਰਸ ਦੇ ਅੰਦਰ ਇੱਥੇ ਡਿਮਾਂਡ ਹੈਗੀ ਹੈ। ਜਿਵੇਂ ਹੁਣ ਤੁਹਾਨੂੰ ਮੈਂ ਬਾਰ-ਬਾਰ ਕਹਿ ਰਹੀ ਚੀਜ਼, ਜਿਹੜੇ ਹੈਲਥ ਕੇਅਰ, IT, ਦੈਨ ਐਗਰੀਕਲਚਰ, ਦੈਨ ਇਹ ਜਿਹੜੇ ਕੋਰਸਿਸ ਨੇ, ਜਾਂ ਫਿਰ ਆਪਣਾ STEM ਹੋ ਗਿਆ ਜਿਸ ਆਪਾਂ ਕਹਿੰਦੇ ਹਾਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਸ ਸਾਡੀ ਬਹੁਤ ਹੀ ਵਧੀਆ ਬੱਚੇ ਨੇ। ਬਹੁਤ ਬੱਚੇ ਵੀ ਆਉਂਦੇ ਨੇ ਕਿ ਜੀ ਆਈ ਐਮ ਵੈਰੀ ਗੁੱਡ ਐਟ ਮੈਥਸ, ਦੈਨ ਆਈ ਟੈਲ them ਕਿ ਤੁਸੀਂ ਸਟੂਡੈਂਟ ਆਫ ਆਰਟਸ ਕਿਉਂ ਲਿੱਤਾ ਕੋਰਸ, ਉਹ ਕਿਉਂ ਨਹੀਂ ਲਿਆ ਜਿਹੜੀ ਤੇਰੀ ਸਕਿੱਲ ਆਲਰੇਡੀ ਸੀ। ਤੇ ਦੈਟ ਇਜ਼ ਹਾਊ ਵੀ ਕੈਨ ਐਕਚੁਅਲੀ ਗਾਈਡ them। ਔਰ ਆਪਾਂ ਗਾਈਡ ਕਰਾਂਗੇ ਤੇ ਯੈਸ, ਆਉਣ ਵਾਲਾ ਜਿਹੜਾ ਫਿਊਚਰ ਹੈ 6 ਮਹੀਨੇ ਸਾਲ ਤੋਂ ਬਾਅਦ ਵੀ ਕਹਾਂਗੇ ਕਿ ਜੀ ਸਾਡੇ ਇੱਥੋਂ ਕੁਆਲਿਟੀ ਵੀ ਆ ਰਹੀ ਹੈ, ਕੁਆਂਟੀਟੀ ਦੋਨੋਂ ਆ ਰਹੀ ਹੈ, ਸਿਰਫ ਕੁਆਂਟੀਟੀ ਨਹੀਂ ਆ ਰਹੀ। ਅੱਜ ਦੀ ਜਿਹੜੀ ਮਾਈਂਡ ਯੂ ਆਪਾਂ ਜਦ ਗੱਲ ਕਰਦੇ ਹਾਂ, ਲੋਕੀ ਸਾਰੇ ਹੀ ਕਹਿੰਦੇ ਨੇ ਕਿ ਜੀ ਇੰਡੀਆ ਤੋਂ ਭੀੜ ਬਹੁਤ ਆ ਰਹੀ ਹੈ ਲੇਕਿਨ ਕੁਝ ਕੁਆਲਿਟੀ ਘੱਟ ਹੈ। ਉਹ ਇਹੀ ਰੀਜ਼ਨ ਹੈ ਉਹਦਾ। ਬੱਚਿਆਂ ਅੰਦਰ ਬਹੁਤ ਕੈਲੀਬਰ ਹੈ, ਬਟ ਦੈਨ ਆਪਣੇ ਕੈਲੀਬਰ ਨੂੰ ਐਕਚੁਅਲੀ ਉਹ ਕਹਿੰਦੇ ਨੇ ਉਸ ਦੇ ਅਕੋਰਡਿੰਗਲੀ ਕੋਰਸ ਹੀ ਐਕਸਪਲੋਰ ਨਹੀਂ ਕਰ ਪਾ ਰਹੇ ਜਾਂ ਉਸ ਨੂੰ ਐਕਚੁਅਲਾਈਜ਼ ਨਹੀਂ ਕਰ ਪਾ ਰਹੇ। ਨਿਤਿਨ ਜੀ, ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਹੀ ਸੀ ਕਿ ਕੁਝ ਇੱਥੇ ਕਾਲਜਸ ਵੀ ਨੇ ਅਤੇ ਕੁਝ ਸਿਟੀਜ਼ ਦੇ ਵਿੱਚ ਕਾਲਜਸ ਨੇ ਜਿਹੜੇ ਕਿ ਥੋੜੇ ਜਿਹੇ ਕਮਿਊਨਿਟੀ ਸੈਂਟਰਲਾਈਜ਼ਡ ਹੋ ਚੁੱਕੇ ਨੇ, ਜਿਹਦੇ ਵਿੱਚ ਤੁਹਾਨੂੰ ਡਾਇਵਰਸਿਟੀ ਨਜ਼ਰ ਨਹੀਂ ਆਉਂਦੀ। ਇਹਦਾ ਕੀ ਕਾਰਨ ਹੈ ਕਿ ਉਸ ਵਿੱਚ ਸਾਡੇ ਹੀ ਜਿਹੜੇ ਭਾਈਚਾਰੇ ਦੇ ਲੋਕ ਨੇ, ਸਾਡੇ ਹੀ ਭਾਈਚਾਰੇ ਦੇ ਜਿਹੜੇ ਸਟੂਡੈਂਟ ਨੇ, ਉੱਥੇ ਜ਼ਿਆਦਾ ਸੈਂਟਰਲਾਈਜ਼ਡ ਨੇ, ਉਹਨਾਂ ਨੂੰ ਐਕਸਪੋਜ਼ਰ ਨਹੀਂ ਮਿਲਦਾ। ਅਤੇ ਮੈਂ ਇਹ ਵੀ ਦੇਖਿਆ ਕਿ ਗ੍ਰੈਜੂਏਸ਼ਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਸਪੋਰਟ ਹੈ ਉਸ ਦੀ ਵੀ ਬਹੁਤ ਕਮੀ ਹੈ, ਚਾਹੇ ਉਹ ਸਰਕਾਰ ਤੋਂ ਹੈ ਜਾਂ ਚਾਹੇ ਉਹ ਕੋਰਸਿਸ ਦੇ ਬੇਸਿਸ ਤੇ ਜਾਂ ਚਾਹੇ EMPLOYER ਦੇ ਬੇਸਿਸ ਤੇ। ਇਸ ਨੂੰ ਕਿਸ ਤਰ੍ਹਾਂ ਅਸੀਂ ਰੈਕਟੀਫਾਈ ਕਰ ਸਕਦੇ ਹਾਂ ਇਸ ਸਿਚੁਏਸ਼ਨ ਨੂੰ? ਇਹਦੇ ਵਾਸਤੇ ਵੀ ਛੋਟੀ ਜਿਹੀ ਤੁਹਾਨੂੰ ਸਟੈਟਸ ਦਵਾਂਗਾ। ਜੇ ਆਪਾਂ ਹੁਣ ਚਲੋ ਗੱਲ ਕੀਤੀ ਹੈ ਕਿ ਜੀ 8 ਲੱਖ ਬੱਚਾ ਸੀਗਾ 31 ਦਸੰਬਰ ਨੂੰ, ਹੁਣ 31 ਦਸੰਬਰ ਨੂੰ 8 ਲੱਖ ਸਟੂਡੈਂਟ ਸੀਗਾ, ਉਹਦੇ ਚੋਂ ਕਰੀਬ 50% ਤੋਂ ਜ਼ਿਆਦਾ 4,11,000 ਸਟੂਡੈਂਟਸ ਓਨਟਾਰੀਓ 'ਚ ਸੀਗਾ। ਕਰੀਬ 1,70,80,000 ਬੱਚਾ BC 'ਚ ਸੀਗਾ। ਆਪਾਂ ਨੂੰ ਪਤਾ ਹੁਣ ਓਨਟਾਰੀਓ ਕਰਾਂਗੇ ਨਾ ਤਾਂ 80% ਬੱਚਾ GTA ਦੇ ਆਲੇ ਦੁਆਲੇ ਹੀ ਸੀਗਾ। ਜੀ ਬਿਲਕੁਲ ਸੇਮ ਐਵੇਂ BC ਕਵਾਂਗੇ ਤੇ ਸਰੀ ਦੇ ਆਲੇ ਦੁਆਲੇ ਸੀਗਾ। ਤੇ ਯਾਨੀ ਸੀਗਾ ਅਸੀਂ ਕਹੀਏ ਅਗਰ ਅਰਾਊਂਡ ਮੇਜਰ ਚੰਕ ਆਫ 60% ਬੱਚਾ ਜਿਹੜਾ ਹੈਗਾ ਉਹ ਦੋ ਹੀ ਜਿਵੇਂ ਆਪਣਾ ਦੋ ਕਹਿ ਸਕਦੇ ਹੋ ਕਿ ਬੜੇ ਕੰਸੈਂਟਰੇਸ਼ਨ ਪੋਪੂਲੇਸ਼ਨ ਦੇ ਹੈਗੇ ਨੇ, ਉੱਥੇ ਹੀ ਹੈਗਾ। ਹੁਣ ਜਿੱਥੇ ਆਲਰੇਡੀ ਕੰਸੈਂਟਰੇਸ਼ਨ ਹੈਗੀ ਹੈ ਉੱਥੇ ਹੀ ਤੁਸੀਂ ਬੱਚੇ ਵੀ ਆ ਗਏ ਤੇ ਹੁਣ ਉਹ ਬੱਚਿਆਂ ਨੇ ਕੋਰਸਿਸ ਵੀ ਨਾਰਮਲ ਲਿੱਤੇ। ਤੁਸੀਂ ਸੋਚੋ ਨਾ ਕਿੰਨੀ ਵੱਡੀ ਪ੍ਰੋਬਲਮ ਹੈ ਉਹ। ਤੇ ਹੁਣ ਯਾਨੀ ਕਿ ਉਹ ਬੱਚਾ ਜਦ ਆਪਣੀ ਕਲਾਸ ਵਿੱਚ ਜਾ ਰਿਹਾ ਹੈ ਤੇ ਸਾਰੇ ਬੱਚੇ ਇੰਡੀਆ ਤੋਂ ਉੱਥੇ ਆ ਰਹੇ ਨੇ ਤੇ ਬਾਅਦ ਚੱਲਦਾ ਉਹਨੂੰ ਕਿ ਕਲਾਸ ਵਿੱਚ 50 ਬੱਚਿਆਂ ਚੋਂ 48 ਬੱਚੇ ਇੰਡੀਅਨ ਹੀ ਨੇ। ਤਾਂ ਮੋਸਟ ਪ੍ਰੋਬਬਲੀ ਇਹੋ ਜਿਹੇ ਹੁੰਦੇ ਨੇ ਅੱਧੇ ਬੱਚੇ ਕੋਲ ਲੁਧਿਆਣੇ ਜਲੰਧਰ ਤੋਂ ਨੇੜੇ ਤੇੜੇ ਦੇ ਮਿਲ ਜਾਂਦੇ ਨੇ। ਤਾਂ ਬੇਸਿਕ ਉਹਨਾਂ ਵਾਸਤੇ ਉਹ ਕੈਨੇਡਾ ਲੱਗਦਾ ਹੀ ਨਹੀਂ ਉਹਨਾਂ ਨੂੰ। ਫਿਰ ਆ ਕੇ ਇੱਥੇ ਕਹਿਣਾ ਕਿ ਜੀ ਇਹ ਤੇ ਕੈਨੇਡਾ ਲੱਗਦਾ ਹੀ ਨਹੀਂ ਪਿਆ ਤੇ ਪੰਜਾਬ ਹੋ ਗਿਆ, ਬਿਕੋਜ਼ ਆਫ ਅਸ ਓਨਲੀ। ਅਸੀਂ ਡਾਇਵਰਸੀਫਾਈ ਨਹੀਂ ਕੀਤਾ। ਅਸੀਂ ਉੱਥੇ ਜਾ ਕੇ ਨਾ ਲੋਕਾਂ ਨੂੰ ਸਭ ਨੂੰ ਕਹਿੰਦਾ ਹੁੰਦਾ ਹੈ ਕਿ ਕਿਸੇ ਕੰਟਰੀ ਬਾਰੇ ਤੁਸੀਂ ਅਗਰ ਪਹਿਲੇ ਜਾਣ ਵਾਲੇ ਤੁਸੀਂ ਡਿਸੀਜਨ ਲਿੱਤਾ ਹੈ ਨਾ, ਫਸਟ ਤੁਸੀਂ ਜੀਓਗ੍ਰਾਫੀ ਪੜ੍ਹੋ, ਤੁਸੀਂ ਦੇਖੋ ਕਿ ਉਹ ਕੰਟਰੀ ਕਿੰਨੀ ਵੱਡੀ ਹੈ। ਦੇਖੋ ਨਾ, ਸਭ ਤੋਂ ਵੱਡੀ ਲੈਂਡ ਇੰਡੀਆ ਕੈਨੇਡਾ ਕੋਲ ਹੀ ਹੈਗੀ ਹੈ। ਹੁਣ ਕੈਨੇਡਾ ਕੋਲ ਇੰਨੇ ਸਾਰੇ ਪ੍ਰੋਵਿੰਸਿਸ ਨੇ। ਆਪਾਂ ਐਗਜ਼ਾਮਪਲ ਲਈਏ ਜਿਵੇਂ ਈਜ਼ੀ ਹੈ PR ਹੋਣਾ, ਅਸੀਂ ਕਹਿੰਦੇ ਹਾਂ ਐਲਬਰਟਾ, ਮੈਨੀਟੋਬਾ, ਸਸਕੈਚੁਅਨ ਐਂਡ ਐਟਲਾਂਟਿਕ ਦੇ ਸਾਰੇ ਪ੍ਰੋਵਿੰਸਿਸ। ਹੁਣ ਤੁਸੀਂ ਦੇਖੋ, ਆਈ ਵਾਸ ਵੈਰੀ ਸਰਪ੍ਰਾਈਜ਼ ਵਿਦ ਦਿਸ ਫਿਗਰਸ ਕਿ ਸਿਰਫ 42,000 ਬੱਚੇ ਨੇ ਆਪਟ ਕੀਤਾ ਐਲਬਰਟਾ ਨੂੰ ਪਿਛਲੇ ਸਾਲ। ਓਨਲੀ 42,000 ਆਊਟ ਆਫ 8 ਲੱਖ, ਯਾਨੀ ਕਿ 5% ਹੋਇਆ। ਠੀਕ ਹੈ, ਐਵੇਂ ਆਪਾਂ ਲਈਏਗਾ ਫਿਗਰ ਮੈਨੀਟੋਬਾ ਦੀ, ਉਹ ਤਾਂ ਹੋਰ ਵੀ ਘੱਟ ਹੈ 22,000। ਤੇ ਯਾਨੀ ਕਿ ਅਸੀਂ ਉਨ ਏਰੀਆਜ਼ ਨੂੰ ਫੋਕਸ ਹੀ ਨਹੀਂ ਕਰ ਰਹੇ ਜਿੱਥੇ ਐਕਚੁਅਲੀ ਡਿਮਾਂਡ ਹੈ, ਉੱਥੇ ਕਾਸਟ ਆਫ ਲਿਵਿੰਗ ਵੀ ਘੱਟ ਹੈ। ਉੱਥੇ ਤੁਸੀਂ ਕਹੇ ਨਾ ਅਗਰ ਕੱਲ ਨੂੰ ਤੁਸੀਂ PR ਹੋ ਕੇ ਸਭ ਤੋਂ ਪਹਿਲਾ ਕੰਮ ਸਾਡੇ ਪੰਜਾਬੀਆਂ ਦਾ ਕੀ ਹੁੰਦਾ, ਐਸੈਟ ਬਣਾਉਣਾ, ਘਰ ਲੈ ਲਓ। ਤੇ ਹੁਣ ਉੱਥੇ ਘਰ ਵੀ ਸਸਤੇ ਨੇ। ਠੀਕ ਹੈ, ਕੱਲ ਨੂੰ ਉੱਥੇ ਕਾਸਟ ਆਫ ਲਿਵਿੰਗ ਵੀ ਆਪਾਂ ਕਹੀਏ ਇੱਥੇ ਕਿਰਾਇਆ ਬਹੁਤ ਜ਼ਿਆਦਾ। ਹੁਣ ਤੁਸੀਂ ਐਗਜ਼ਾਮਪਲ ਲਈਏਗਾ, ਸਰੀ ਦਾ ਇੱਕ ਬੇਸਮੈਂਟ ਦਾ ਕਿਰਾਇਆ 2,000 ਤੋਂ ਉੱਪਰ ਹੋ ਗਿਆ। ਤੇ ਦੈਨ ਇੱਕ ਸਟੂਡੈਂਟ ਦਾ ਇੱਥੇ ਆਣਾ, ਉੱਥੇ ਕਾਸਟ ਆਫ ਲਿਵਿੰਗ ਨੂੰ ਪੂਰਾ ਕਰ ਪਾਣਾ ਬਹੁਤ ਮੁਸ਼ਕਿਲ ਹੈ। ਤੇ ਦਿਸ ਇਜ਼ ਆਲਸੋ ਸੈਕਿੰਡ ਥਿੰਗ ਕਿ ਪਹਿਲੇ ਤੁਸੀਂ ਕੋਰਸਿਸ ਡਾਇਵਰਸਿਫਾਈ ਕਰੋ, ਫਿਰ ਤੁਸੀਂ ਆਪਣਾ ਕਾਲਜ ਵੀ ਉਹੀ ਚੂਜ਼ ਕਰੋ ਜਿਹੜਾ ਕਾਲਜ
ਇਹਨਾਂ ਏਰੀਆ 'ਚ ਹੈਗਾ ਜਿੱਥੇ ਏਰੀਆ 'ਚ ਬੱਚੇ ਬਾਕੀ ਨਹੀਂ ਜਾ ਰਹੇ, ਜਿੱਥੇ ਬੇਸਿਕਲੀ ਯੂ ਵਿਲ ਬੀ ਹੈਵਿੰਗ ਅ ਕਲਾਸ ਆਫ 25 25 ਲੋਕਾਂ ਦੀ ਕਲਾਸ ਹੋਊਗੀ, 30 ਲੋਕਾਂ ਦੀ ਕਲਾਸ ਹੋਊਗੀ, ਜਿਹੜਾ ਟੀਚਰ ਹੋਊਗਾ। ਬੇਸਿਕਲੀ ਅਸੀਂ ਡਾਇਵਰਸੀਫਾਈ ਕੀਤਾ ਅਸੀਂ ਕਹਿੰਦੇ ਸਭ ਤੋਂ ਪਹਿਲਾ ਸਟੈਪ ਹੈਗਾ ਕੋਰਸ ਚੂਜ਼ ਕਰਨਾ। ਤੁਸੀਂ ਕੋਰਸ ਇੱਕ ਵਧੀਆ ਚੂਜ਼ ਕਰ ਲਿਆ, ਨਾਓ ਯੂ ਆਰ ਅਮੰਗ ਦੋਸ ਕੈਟਾਗਰੀ ਜਿਹੜੇ ਆਪਾਂ ਡਿਸਕਸ ਕੀਤੀਆਂ। ਹੁਣ ਤੁਸੀਂ ਇਹਦੇ ਬਾਅਦ ਜਿਹੜਾ ਚੂਜ਼ ਕਰਨਾ ਆਪਣਾ ਪ੍ਰੋਵਿੰਸ ਜੀ, ਠੀਕ ਹੈ। ਤੇ ਫਸਟ ਜੀਓਗ੍ਰਾਫੀ ਪੜ੍ਹਨੀ ਹੈ ਤੁਹਾਨੂੰ। ਹੁਣ ਦੇਖਣਾ ਤੁਹਾਨੂੰ ਕਿ ਅਲਬਰਟਾ, ਮੈਨੀਟੋਬਾ ਜਾਂ ਐਟਲਾਂਟਿਕ, ਤੁਸੀਂ ਹੁਣੇ ਨਾਂ ਲਿੱਤਾ ਸੀਗਾ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, PEI, ਇਹ ਵੀ ਬਹੁਤ ਵੱਡਾ ਏਰੀਆ ਕੈਨੇਡਾ ਦੇ ਅੰਦਰ ਹੀ ਆਉਂਦਾ ਹੈ। ਦੈਨ ਦੈਟ ਏਰੀਆ ਇਜ਼ ਅਨਐਕਸਪਲੋਰਡ, ਉੱਥੇ ਬੱਚੇ ਹੁਣੇ ਗਏ ਵੀ ਨਹੀਂ ਗਏ ਉੱਥੇ। ਯੈਸ ਓਬਵੀਅਸਲੀ ਤੁਹਾਨੂੰ ਆਪਣਾ ਭਾਈਚਾਰਾ ਥੋੜਾ ਘੱਟ ਮਿਲੂਗਾ, ਥੋੜਾ ਜਿਹਾ ਉੱਥੇ ਹਾਰਡਸ਼ਿਪ ਹੈਗੀਆਂ ਵੈਦਰ ਦੀ ਵੀ, ਬਟ ਦੈਨ ਅਪੋਰਚੁਨਿਟੀਜ਼ ਉੱਥੇ ਬਹੁਤ ਜ਼ਿਆਦਾ ਨੇ। ਤੇ ਅਸੀਂ ਇੰਡੀਆ ਤੋਂ ਆ ਹੀ ਰਹੇ ਹਾਂ, ਅਸੀਂ ਕਹਿੰਦੇ ਨਾ ਜਿੱਥੇ ਅਸੀਂ ਪਹਿਲੇ ਆ ਗਏ ਸਮਝੋ ਅਸੀਂ ਉੱਥੇ ਦੇ ਹੋ ਗਏ। 90% ਆਫ ਦ ਕੇਸਿਸ ਇਟਸ ਟਰੂ। ਤੇ ਹੁਣ ਅਸੀਂ ਆ ਹੀ ਸਰੀ ਗਏ ਜਾਂ ਅਸੀਂ ਆ ਹੀ ਬਰੈਂਪਟਨ ਗਏ, ਫਿਰ ਉਹਦੇ ਬਾਅਦ ਅਸੀਂ ਕਹੀਏ ਜੀ ਸਰੀ 'ਚ ਸਾਨੂੰ ਐ ਨਹੀਂ ਮਿਲਦਾ, ਹੈਲਥ ਪ੍ਰੋਬਲਮਸ ਨੇ ਜੀ ਇੱਥੇ ਜਿਹੜਾ ਹੈਲਥ ਫੈਸਿਲਿਟੀਜ਼ ਨੇ ਨਹੀਂ ਵਧੀਆ। ਹੁਣ ਤੁਸੀਂ ਕੀ ਕਰੋਗੇ ਉਸ ਇੱਕ ਹਸਪੀਟਲ ਦੇ ਉੱਪਰ ਤੁਸੀਂ ਸਾਰਾ ਪ੍ਰੈਸ਼ਰ ਪਾਤਾ ਤੇ ਕੀ ਕਰਨਗੇ ਸਾਰੇ? ਤੇ ਯੂ ਹੈਵ ਟੂ ਐਕਚੁਅਲੀ, ਤਾਂ ਦਿਸ ਇਜ਼ ਵਾਟ ਐਕਚੁਅਲੀ ਗਵਰਨਮੈਂਟ ਇਜ਼ ਟਾਰਗੇਟਿੰਗ। ਦੈਟਸ ਵਾਈ ਜਿਹੜੇ PNP ਪ੍ਰੋਗਰਾਮਸ ਨੇ ਜੀ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਨੇ, ਉਹ ਵੀ ਹੁਣ ਸਾਰੇ ਕੀ ਨਾ ਪਿਛਲੇ ਸਾਲ ਤੋਂ ਗਵਰਨਮੈਂਟ ਨੇ ਚੇਂਜ ਕਰਤੇ। ਦੇ ਆਰ ਆਲਸੋ ਐਕਚੁਅਲੀ ਹੈਲਪਿੰਗ ਨਾਓ ਦੋਜ਼ who are in these areas, ਜਿਹੜੇ ਐਟਲਾਂਟਿਕ ਪ੍ਰੋਵਿੰਸਿਸ ਨੇ ਉਹਨਾਂ ਨੂੰ ਜਲਦੀ PR ਹੋ ਰਹੀ ਹੈ, ਜਾਂ ਜਿਹੜੇ ਲੋਕ ਅਗਰ BC 'ਚ ਵੀ ਨੇ ਜਿਹੜੇ ਆਲੇ ਦੁਆਲੇ ਦੇ ਏਰੀਆ ਯਾਨੀ ਜਿਹੜੇ ਇੰਟੀਰੀਅਰਸ ਵਿੱਚ ਨੇਗੇ ਉਹਨਾਂ ਨੂੰ ਜ਼ਿਆਦਾ ਹੋ ਰਹੀ ਹੈ। ਆਪਾਂ ਕਹਿੰਦੇ ਚਾਹ ਤੁਸੀਂ BC 'ਚ ਹੀ ਆਉਣਾ ਹੈ ਤੇ BC 'ਚ ਵੀ ਦੇਰ ਇਜ਼ ਬਹੁਤ ਵੱਡਾ ਏਰੀਆ ਜਿਹੜਾ ਅਨਟੈਪਡ ਹੈਗਾ, ਜਿਹੜਾ ਓਕਾਨਾਗਨ ਵੈਲੀ ਹੈ, ਉਹ ਪੂਰੀ ਅਨਟੈਪਡ ਹੈ। ਤੁਸੀਂ ਕਲੋਨਾ, ਕੈਮਲੂਪਸ, ਇੰਨੀ ਵਧੀਆ ਯੂਨੀਵਰਸਿਟੀਜ਼ ਨੇ, ਬੱਚੇ ਆਪਟ ਹੀ ਨਹੀਂ ਕਰਦੇ। ਵੀ ਥਾਮਸਨ ਯੂਨੀਵਰਸਿਟੀ ਇਜ਼ ਅ ਵੈਰੀ ਗੁੱਡ ਯੂਨੀਵਰਸਿਟੀ ਇਨ ਕੈਮਲੂਪਸ। ਕਲੋਨਾ ਵਿੱਚ UBC ਦਾ ਕੈਂਪਸ ਹੈਗਾ ਬਹੁਤ ਵੱਡਾ, ਓਕਾਨਾਗਨ ਕਾਲਜ ਹੈਗਾ, ਤੁਸੀਂ ਉੱਥੇ ਜਾਓ। ਵਰਨਨ ਵਿੱਚ ਕਾਲਜਿਸ ਹੈਗੇ ਨੇ ਲੇਕਿਨ ਉਹ ਨਹੀਂ ਚੂਜ਼ ਕਰਦੇ। ਤੇ ਦੈਟਸ ਵਾਈ ਦਿਸ ਇਜ਼ ਦ ਸੈਕੰਡ ਸਟੈਪ। ਫਸਟ ਸਟੈਪ ਯੂ ਚੂਜ਼ ਅ ਰਾਈਟ ਕੋਰਸ ਵਿਚ ਇਜ਼ ਐਕਚੁਅਲੀ in relation to your earlier studies plus in relation to what government of Canada actually has already told you, ਜਾਂ ਫਿਰ ਜਿਹੜੀ ਗਵਰਨਮੈਂਟ ਦੀ ਅੱਗੇ ਤੁਹਾਨੂੰ ਪਤਾ ਚੱਲਦਾ ਪਿਆ ਕਿ ਜਿਹੜੀ ਫੋਕਸ ਹੈਗਾ ਜਾਂ ਜਿਹੜੀ ਇੱਥੇ ਰਿਕੁਆਇਰਮੈਂਟ ਹੈਗੀ ਜੌਬਸ ਦੀ ਉਹ। ਐਂਡ ਸੈਕੰਡ ਇਜ਼ ਯੂ ਚੂਜ਼ ਕਾਲਜ ਵਿਚ ਇਜ਼ ਬੇਸਿਕਲੀ ਜਿਹੜਾ ਅਨਟੈਪਡ ਹੈ ਇਸ ਵੇਲੇ ਬਹੁਤ ਬੱਚੇ ਉੱਥੇ ਜਾ ਨਹੀਂ ਰਹੇ। ਦੈਨ ਯੂ ਵਿਲ ਫਾਈਂਡ ਐਵਰੀਥਿੰਗ ਜੋ ਤੁਸੀਂ ਚਾਹੁੰਦੇ ਹੋ। 25 ਦੀ ਤੁਹਾਨੂੰ ਕਲਾਸ ਵੀ ਮਿਲ ਜੂਗੀ ਕਿਉਂਕਿ ਬੱਚੇ ਜ਼ਿਆਦਾ ਨਹੀਂ ਹੋਣਗੇ, ਤੁਹਾਨੂੰ ਪੂਰਾ ਫੋਕਸ ਵੀ ਮਿਲੇਗਾ ਕੈਰੀਅਰ ਤੇ, ਪਲੱਸ ਤੁਹਾਨੂੰ ਉਹ ਪੀਅਰਸ ਮਿਲਣਗੇ ਜਿਹੜੇ ਆਲਰੇਡੀ ਡਾਈਵਰਸੀਫਾਈਡ ਹੋਣਗੇ, ਯਾਨੀ ਤੁਹਾਨੂੰ ਅਲੱਗ-ਅਲੱਗ ਕੰਟਰੀਜ਼ ਤੋਂ ਫਿਰ ਜਿਹੜਾ ਤੁਸੀਂ ਐਕਚੁਅਲੀ ਸੋਚ ਕੇ ਆਉਂਦੇ ਹੋ। ਬਿਲਕੁਲ, ਤਾਂ ਉਹ ਬਹੁਤ ਵਧੀਆ ਸੈਕੰਡ ਸਟੈਪ ਹੈਗਾ। ਇਹ ਦੋ ਚੀਜ਼ਾਂ ਅਗਰ ਅਸੀਂ ਫੋਲੋ ਕਰ ਲੈਂਦੇ ਹਾਂ ਤੇ ਕਮਿੰਗ 6, 7, 8 ਮੰਥ ਦੇ ਅੰਦਰ ਸਾਨੂੰ ਡਿਫਰੈਂਸ ਮਿਲਣਾ ਸ਼ੁਰੂ ਹੋ ਜਾਏਗਾ। ਗਵਰਨਮੈਂਟ ਇਜ਼ ਆਫਟਰ ਇਟ, ਦੈਟਸ ਵਾਈ ਉਹਨਾਂ ਨੇ ਆਪਣੇ ਸਾਰੇ ਪ੍ਰੋਗਰਾਮ ਹੁਣ ਐਵੇਂ ਹੀ ਫੋਕਸ ਕੀਤਾ ਹੈ ਕਿ ਤੁਸੀਂ ਫੋਰਸਫੁਲੀ ਚੇਂਜ ਕਰੋਗੇ, ਬਿਕੋਜ਼ ਦੇ ਟਰਾਈਡ ਕਿ ਪਹਿਲੇ ਲੋਕਾਂ ਨੂੰ ਅਵੇਅਰ ਕਰੀਏ ਲੇਕਿਨ ਲੋਕੀ ਆਪਣੇ ਆਪ ਕੁਛ ਨਹੀਂ ਕਰਦੇ ਪਏ। ਦੈਨ ਨਾਓ ਦੇ ਹੈਵ ਐਕਚੁਅਲੀ ਚੇਂਜ देयर ਫੋਕਸ ਔਨ ਦ ਪ੍ਰੋਗਰਾਮਸ ਲਾਈਕਵਾਈਜ਼। ਤਾਂ ਤੁਹਾਨੂੰ ਕਰਨਾ ਹੀ ਪੈਣਾ ਹੁਣ। ਨਿਤਿਨ ਜੀ, ਜਿਵੇਂ ਤੁਸੀਂ ਦੱਸਿਆ ਕਿ ਕੈਨੇਡਾ ਗਵਰਨਮੈਂਟ ਹੁਣ ਇਸ ਦੇ ਬਾਬਤ ਕੰਮ ਕਰ ਰਹੀ ਹੈ ਐਂਡ ਦੇ ਆਰ ਵੈਰੀ ਐਕਟਿਵ ਅਬਾਊਟ ਇਟ। ਜਿਹੜੀ ਕੋਰਸਿਸ ਦੀ ਮਿਆਦ ਹੈ ਜਾਂ ਜਿਹੜੀ PR ਦੀ ਮਿਆਦ ਹੈ ਹੁਣ ਦੀ, ਉਸ ਨੂੰ ਉਹਨਾਂ ਨੇ ਸੁਪਰ ਐਕਸਪ੍ਰੈਸ ਬਣਾਤਾ, ਲਾਈਕ 6 ਮੰਥਸ ਨਾਓ ਦੇ ਆਰ ਟੇਕਿੰਗ। ਔਰ ਬਹੁਤ ਸਾਰੇ ਕੋਰਸਿਸ ਉਹਨਾਂ ਨੇ ਸ਼ਾਮਿਲ ਵੀ ਕਰਤੇ ਨੇ ਤਾਂ ਕਿ ਵਰਕ ਪਰਮਿਟ ਮਿਲਣਾ ਆਸਾਨ ਹੋ ਜਾਏ। ਖਾਸ ਕਰ ਪੈਂਡੇਮਿਕ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਬਹੁਤ ਸਾਰੀ ਰਿਲੀਫ ਦਿੱਤੀਆਂ ਗਈਆਂ ਨੇ ਕਈ ਕੋਰਸਿਸ ਵਿੱਚ, ਪਰ ਜਿਹੜੀ ਫਾਊਂਡੇਸ਼ਨ ਹੈ ਜਿਹੜੀ ਕਿ ਇੰਡੀਆ ਤੋਂ ਆਉਂਦੀ ਹੈ, ਬਹੁਤ ਸਾਰੇ ਸਟੂਡੈਂਟਸ ਉੱਥੇ ਪਰੇਸ਼ਾਨ ਹੋ ਜਾਂਦੇ ਨੇ ਜਾਂ ਉੱਥੇ ਮਾਰ ਖਾ ਜਾਂਦੇ ਨੇ। ਸ਼ਾਇਦ ਲੈਕ ਆਫ ਗਾਈਡੈਂਸ ਹੋ ਸਕਦਾ ਇਹਦੇ ਵਿੱਚ। ਜਿਵੇਂ ਤੁਸੀਂ ਗੱਲ ਕੀਤੀ ਕਲੋਨਾ, ਕੈਮਲੂਪਸ ਦੇ ਵਿੱਚ ਬਹੁਤ ਵਧੀਆ ਕਾਲਜ ਨੇ, ਬਟ ਸ਼ਾਇਦ ਜਿਹੜੇ ਉੱਥੇ ਬੱਚੇ ਬੈਠੇ ਨੇ ਇੰਡੀਆ ਵਿੱਚ ਉਹਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ, ਕਿਉਂਕਿ ਸ਼ਾਇਦ ਉਹਨਾਂ ਦੀ ਐਡਵਰਟਾਈਜ਼ਮੈਂਟ ਨਹੀਂ ਹੈ ਜਾਂ ਜਿਹੜੇ ਏਜੰਟਸ ਨੇ ਜਾਂ ਜਿਹੜੇ ਵੀ ਉਹਨਾਂ ਦੇ ਕੰਸਲਟੈਂਟ ਨੇ ਉਸ ਦੇ ਬਾਰੇ ਉਹਨਾਂ ਨੂੰ ਨਹੀਂ ਦੱਸਣਾ ਚਾਹ ਰਹੇ। ਹੁਣ ਨਾਓ ਇਟ ਕੁਡ ਬੀ ਈਜ਼ੀ ਜੌਬ ਫॉर them, ਆਈ ਐਮ ਨਾਟ ਬਲੇਮਿੰਗ ਐਨੀਵਨ, ਬਟ ਮੈਨੂੰ ਲੱਗਦਾ ਕਿ ਇਟ ਕੁਡ ਬੀ ਈਜ਼ੀ ਜੌਬ ਫॉर them ਕਿ ਜਿੱਥੇ ਅਵੇਲੇਬਲ ਹੈ ਤੁਸੀਂ ਉੱਥੇ ਚਲੇ ਜਾਓ, ਜਾਂ ਥੋੜਾ ਜਿਹਾ ਨੈਟਵਰਕ ਜਾਂ ਥੋੜਾ ਜਿਹਾ ਕਲਚਰਲ ਬੈਕਗ੍ਰਾਉਂਡ ਨੂੰ ਲੈ ਕੇ। ਬਟ ਇਹ ਜਿਹੜੇ ਸਟੂਡੈਂਟ ਐਕਸਪਲੋਰ ਕਰਨ, ਇਹਦੇ ਵਾਸਤੇ ਤੁਹਾਨੂੰ ਲੱਗਦਾ ਹੈ ਕਿ ਭਾਰਤ ਦੇ ਜਿਹੜੇ ਏਜੰਟ ਨੇ ਉਹਨਾਂ ਨੂੰ ਤਾਂ ਕੰਮ ਕਰਨਾ ਹੀ ਚਾਹੀਦਾ, ਬਟ ਕੈਨੇਡਾ ਗਵਰਨਮੈਂਟ ਉੱਥੇ ਥੋੜਾ ਜਿਹਾ ਆਪਣਾ ਫੁੱਟ ਹੋਲਡ ਕਰ ਸਕਦੀ ਇਸ ਦੇ ਉੱਪਰ? ਜੀ ਬਿਲਕੁਲ ਕਰਨਾ ਚਾਹੀਦਾ ਹੈ। ਅਸੀਂ ਤਾਂ ਕਹਿੰਦੇ ਹਾਂ, ਦੇਖੋ ਆਈ ਬੀਇੰਗ ਅ ਰੈਗੂਲੇਟਡ ਕੰਸਲਟੈਂਟ, ਮੈਨੂੰ ਪਤਾ ਹੈ ਲਾਇਸੈਂਸ ਲੈਣਾ ਇੰਨਾ ਆਸਾਨ ਨਹੀਂ ਹੈ। ਅੰਦਰ ਦਿਨ ਪੜ੍ਹਾਈ ਹੁੰਦੀ, ਸਾਨੂੰ ਸਭ ਤੋਂ ਪਹਿਲੀ ਚੀਜ਼ਾਂ ਇਹ ਸਿਖਾਈਆਂ ਜਾਂਦੀਆਂ। ਤੇ ਉੱਥੇ ਕੀ ਹੁੰਦਾ, ਜਿਹੜੇ ਨਾਰਮਲ ਕੰਸਲਟੈਂਟ ਨੇ ਉਹ ਖੁਦ ਵੀ ਕਈ ਵਾਰੀ ਕੈਨੇਡਾ ਆਏ ਨਹੀਂ ਹੁੰਦੇ, ਬਟ ਦੇ ਟਰਾਈ ਟੂ ਗਾਈਡ ਪੀਪਲ। ਉਹ ਗਾਈਡ ਕੀ ਕਰਨਗੇ? ਉਹੀ ਕਰਨਗੇ ਜਿਹੜੀ ਚੀਜ਼ ਉਹਨਾਂ ਕੋਲ ਅਵੇਲੇਬਲ ਹੈ, ਜਿਹੜੀ ਪਲੇਟ ਉਹਨਾਂ ਕੋਲ ਸੱਜੀ ਵੀ ਉਹਨਾਂ ਨੇ ਉਹੀ ਵੇਚ ਦੇਣੀ ਸਭ ਨੂੰ। ਤੇ ਦਿਸ ਇਜ਼ ਵਾਟ ਐਕਚੁਅਲੀ ਵੀ ਫਾਈਂਡ। ਅਸੀਂ ਕਹਿੰਦੇ ਨਾ ਕੰਸਲਟੈਂਟਸ ਉੱਥੇ ਨਹੀਂ ਠੀਕ, ਉਹ ਕੰਸਲਟੈਂਟ ਬੇਸਿਕਲੀ ਹੈ ਵੀ ਨਹੀਂ। ਮੇਰਾ ਕਿਸੇ ਨਾਲ ਕੋਈ ਪਰਸਨਲ ਪ੍ਰੋਬਲਮ ਨਹੀਂ ਹੈ, ਬਟ ਆਈ ਵੁੱਡ ਜਸਟ ਸੇ ਇਫ ਯੂ ਆਰ ਗਾਈਡਿੰਗ ਸਮਵਨ, ਉਹ ਉਹਨਾਂ ਦਾ ਫਿਊਚਰ ਹੈਗਾ। ਤੁਹਾਡੇ ਵਾਸਤੇ ਮੇ ਬੀ ਉੱਥੋਂ ਕੁਛ ਹਜ਼ਾਰ ਰੁਪਏ ਹੋਣੇ, ਬਟ ਉਹਦੇ ਬੱਚੇ ਵਾਸਤੇ ਉਹਦੀ ਲਾਈਫ ਹੈ। ਤੇ ਵਾਈ ਟੂ ਪਲੇ ਵਿਦ ਸਮਵਨਸ ਲਾਈਫ ਫॉर ਸਮ ਥਾਊਜ਼ੈਂਡਸ। ਤਾਂ ਯੈਸ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਉੱਥੇ ਜਿਹੜੇ ਗੋਸਟ ਕੰਸਲਟੈਂਟ ਨੇ ਉਹਨਾਂ ਨੂੰ ਖੁਦ ਨੌਲੇਜ ਨਹੀਂ ਹੁੰਦੀ। ਤੇ ਅਸੀਂ ਮਤਲਬ ਇਹ ਨਹੀਂ ਕਹਾਂਗੇ ਕਿ ਉਹਦੇ 'ਚੋਂ ਸਾਰੇ ਇਹੋ ਜਿਹੇ ਨੇ, ਕੁਝ ਉੱਥੇ ਹੈਗੇ ਨੇ ਵਧੀਆ ਵੀ ਹੈਗੇ ਨੇ, ਬਟ ਦੈਨ ਆਈ ਵੁੱਡ ਸੁਜੈਸਟ ਕਿ ਅਗਰ ਤੁਸੀਂ ਆਪਣਾ ਹੋਮਵਰਕ ਕਰੋ, ਇੱਕ ਇਮੀਗ੍ਰੇਸ਼ਨ ਕੰਸਲਟੈਂਟ ਜਿਹੜਾ ਇੱਥੇ ਕੈਨੇਡਾ ਬੈਠਾ ਹੈ, ਤੁਸੀਂ ਉਹਨੇ ਟੱਚ 'ਚ ਆਓ। ਸਾਡੇ ਭਾਈਚਾਰੇ 'ਚ ਉੱਥੇ ਬਹੁਤ ਕੰਸਲਟੈਂਟ ਨੇ, ਐਂਡ ਲਗਭਗ ਜਿਵੇਂ ਮੈਂ ਆਪਣਾ ਐਗਜ਼ਾਮਪਲ ਚਲੋ ਦੇ ਹੀ ਦਿੰਦਾ, ਅਦਰਵਾਈਜ਼ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਦੇ ਸਭ ਦੇ ਆਪਣੇ ਰੂਟਸ ਇੰਡੀਆ 'ਚ ਹੈਗੇ ਨੇ। ਵੀ ਹੈਵ ਆਰ ਰਿਪਰੈਜ਼ੈਂਟੇਸ਼ਨਸ देयर, ਵੀ ਹੈਵ ਆਰ ਟਾਈ ਅਪਸ ਇਨ ਇੰਡੀਆ। ਤੋ
ਇੰਡੀਆ ਜਿਹੜੇ ਕੰਸਲਟੈਂਟ ਸਾਡੇ ਨਾਲ ਟਾਈ ਅਪਸ ਨੇ, ਜਿਹੜੇ ਕੰਸਲਟੈਂਟ ਆਲਰੇਡੀ ਇੱਥੇ ਰੈਗੂਲੇਟਡ ਨੇ, ਉਹਨਾਂ ਕੋਲ ਕਿਉਂ ਨਹੀਂ ਜਾਂਦੇ? ਉਹਨਾਂ ਕੋਲ ਜਾਓ। ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜਾ ਤੁਹਾਡੇ ਬਿਲਕੁਲ ਨੀਅਰੈਸਟ ਵਨ ਹੈ ਉਹ ਵਧੀਆ ਨਹੀਂ ਹੋਊਗਾ, ਬਟ ਇਹ ਹੋ ਸਕਦਾ ਹੈ ਕਿ ਉਹਦੇ ਕੋਲ ਉਨੀ ਨੌਲੇਜ ਜਾਂ ਐਕਸਪਰਟੀਜ਼ ਹੈ ਹੀ ਨਹੀਂ, ਤੇ ਫਿਰ ਜਨ ਸਾਡੇ ਕੋਲ ਅਗਰ ਅਵੇਲੇਬਲ ਹੈਗੀ ਐਕਸਪਰਟੀਜ਼, ਵਾਈ ਯੂ ਨਾਟ ਕਮਿੰਗ ਹੇਅਰ? ਤੁਸੀਂ ਕੰਟੈਕਟ ਕਰੋ। ਤੁਸੀਂ ਸਿੰਪਲ ਹੈਗਾ ਜੀ, ਕੈਨੇਡਾ ਗਵਰਨਮੈਂਟ ਦੀ ਵੈਬਸਾਈਟ ਹੈਗੀ ਹੈ, ਉੱਥੇ ਲਿਖਿਆ ਹੁੰਦਾ CICC ਇਜ਼ ਆਵਰ ਐਕਚੁਅਲੀ ਗਵਰਨਿੰਗ ਬੋਡੀ। ਤੁਸੀਂ ਸਿਰਫ ਇੱਥੇ ਪਾਣਾ ਹੈ ਕਿ RCICs ਇਨ ਕੈਨੇਡਾ, ਉਹ ਵੈਬਸਾਈਟ ਆ ਜਾਂਦੀ ਹੈ, ABCD ਅਲਫਾਬੈਟ ਵਾਈਜ਼ ਅੰਦਰ ਸਭ ਦੇ ਨਾਂ ਦਿੱਤੇ ਹੋਏ ਨੇ। ਯੂ ਕੈਨ ਗੋ ਸਰਚ ਦਾ ਕੰਸਲਟੈਂਟ, ਯੂ ਕੈਨ ਸੀ ਇਫ ਵੈਦਰ ਹੀ ਇਜ਼ ਰੈਗੂਲੇਟਡ ਔਰ ਨੋ, ਅਗਰ ਉਹਦਾ ਰਿਪਰੈਜ਼ੈਂਟੇਸ਼ਨ ਇੰਡੀਆ ਹੈਗਾ ਨਹੀਂ ਹੈਗਾ, ਤੁਸੀਂ ਕੰਟੈਕਟ ਕਰੋ। ਇਹ ਜਿਹੜੇ ਕੰਸਲਟੈਂਟਸ ਆਪਾਂ ਭਾਈਚਾਰੇ ਤੋਂ ਆਏ ਨੇ, ਇਹ ਤੁਹਾਡੇ ਵਾਸਤੇ ਆਏ ਹਾਂ ਅਸੀਂ, ਬਿਕੋਜ਼ ਸਾਨੂੰ ਵੀ ਐਕਚੁਅਲੀ ਪਤਾ ਮੇਰੀ ਮਾਰਕੀਟ ਕੀ ਹੈ, ਮੇਰੇ ਇੰਡੀਅਨਸ, ਮੇਰੀ ਇੰਡੀਅਨ ਸਟੂਡੈਂਟ, ਮੈਨੂੰ ਵੀ ਕੋਈ, ਮੈਂ ਮਤਲਬ obviously anybody can from world can contact me, but then ਮੇਰਾ ਮੇਜਰ ਕਸਟਮਰ ਬੇਸ ਇੰਡੀਆ ਹੀ ਹੋਗਾ ਨਾ, ਬਿਕੋਜ਼ ਆਈ ਐਮ ਫਰਮ देयर, ਤੇ ਦੈਟਸ ਵਾਈ ਤੁਸੀਂ ਚੂਜ਼ ਹੀ ਉਹਨਾਂ ਨੂੰ ਕਰੋ। ਮੈਂ ਹੁਣ ਐਜ਼ ਇੱਕ ਹੋਰ ਚੀਜ਼ ਐਡ ਕਰ ਦਿੰਦਾ, ਉਹ ਇਹ ਹੈਗੀ ਹੈ ਕਿ ਯੈਸ ਕਾਲਜਿਸ ਤੁਸੀਂ ਗੱਲ ਕੀਤੀ, ਹੁੰਦਾ ਕਿ ਕਈ ਵਾਰੀ ਜਿਹੜੇ ਉਹ ਕੰਸਲਟੈਂਟ ਉੱਥੇ ਬੈਠੇ ਨੇ, ਉਹਨਾਂ ਦਾ ਕੁਝ ਕਾਲਜਿਸ ਆ ਇੱਥੇ ਇੱਕ ਦੋ ਨਾਲ ਟਾਈ ਅਪ ਹੁੰਦਾ, ਦੇ ਟੈਂਡ ਟੂ ਸੈਲ ਦੋਜ਼ ਕਾਲਜਿਸ। तो ਉੱਥੇ ਪ੍ਰੋਬਲਮ ਆ ਜਾਂਦੀ ਹੈ ਕਿ ਬੱਚਾ ਐਕਚੁਅਲੀ ਕੁਆਲੀਫਾਈ ਕਰਦਾ ਸੀ ਕਿਸੇ ਵਧੀਆ ਕੋਰਸ ਵਾਸਤੇ, ਕਿਸੇ ਵਧੀਆ ਕਾਲਜ ਵਾਸਤੇ, ਬਟ ਕਿਉਂਕਿ ਉਸ ਕੰਸਲਟੈਂਟ ਕੋਲ ਉਹ ਕਾਲਜ ਜਾਂ ਕੋਰਸ ਦਾ ਟਾਈ ਅਪ ਹੀ ਨਹੀਂ ਸੀ, ਉਹਨੇ ਉਹਨੂੰ ਆਫਰ ਹੀ ਨਹੀਂ ਕੀਤਾ, ਤੇ ਦੈਟ ਇਜ਼ ਵੇਅਰ ਪ੍ਰੋਬਲਮ ਸ਼ੁਰੂ ਹੋ ਜਾਂਦੀ। ਫਿਰ ਉਹ ਬੱਚੇ ਅੰਦਰ ਕੈਲੀਬਰ ਸੀਗਾ, ਲੇਕਿਨ ਉਹ ਉਸ ਚੀਜ਼ ਪਹੁੰਚਿਆ ਨਹੀਂ, ਤੇ ਇੱਥੇ ਆ ਕੇ ਫਿਰ ਉਹ ਉਸੇ ਸਰਕਲ ਵਿੱਚ ਪੈ ਗਿਆ, ਤੇ ਦੈਨ ਵੀ ਹੈਵ ਐਕਚੁਅਲੀ ਲੋਸਟ ਵਾਟ, ਵੀ ਹੈਵ ਲੋਸਟ ਅ ਗੁੱਡ ਵਰਕਰ ਜੋ ਫਿਊਚਰ ਵਰਕਰ बनना ਸੀਗਾ, ਵੀ ਹੈਵ ਲੋਸਟ ਅ ਗੁੱਡ ਪਰਸਨ ਹੂ ਵੁਡ ਹੈਵ ਐਕਚੁਅਲੀ ਕੰਟਰੀਬਿਊਟਡ ਮਚ ਟੂ ਦ ਇਕਨੋਮੀ। तो यानी कहिए ना कि उस बंदे ने अपने कुछ हज़ार पिछे उस बच्चे का फ्यूचर भी खराब किया, अगर देखा जाए तो अल्टीमेटली सब का फ्यूचर खराब। जी लास्ट क्वेश्चन मेरा तुहानू होवेगा नितिन जी, एक बच्चे ने हुण इत्थों ग्रेजुएशन कर ली, हुण ओहदा नैक्सट टारगेट है वर्क परमिट हासिल करना, और उस तो बाद जिहड़ा PR दा पाथवे है, ਹੁਣ ਇਸ ਦੇ ਵਾਸਤੇ ਕਿਸ ਤਰ੍ਹਾਂ ਦੀ ਸਪੋਰਟ ਉਹਦੇ ਕੋਲ ਮੌਜੂਦ ਨੇ? ਓਬਵੀਅਸਲੀ ਦੇ ਕਮ ਟੂ ਇਮੀਗ੍ਰੇਸ਼ਨ ਕੰਸਲਟੈਂਟਸ ਲਾਈਕ ਯੂ, ਜੋ ਕਿ ਉਹਨਾਂ ਨੂੰ ਗਾਈਡ ਕਰਦੇ ਨੇ ਅਤੇ ਵਧੀਆ ਗਾਈਡੈਂਸ ਦਿੰਦੇ ਨੇ। ਇਸ ਤੋਂ ਇਲਾਵਾ ਹੋਰ ਆਪਸ਼ਨਸ ਕੀ ਹੋ ਸਕਦੀਆਂ ਨੇ ਉਹਨਾਂ ਕੋਲ ਗਾਈਡੈਂਸ ਲਈ, ਸਪੋਰਟ ਲਈ? ਇੱਕ ਤਾਂ ਸਭ ਤੋਂ ਵਧੀਆ ਚੀਜ਼ ਹੈ, ਤੁਸੀਂ ਜਿਸ ਵੀ ਕੋਰਸ ਅੰਦਰ ਹੁਣ ਆ ਗਏ, ਆਪਾਂ ਹੁਣ ਗੱਲ ਕਰਦੇ ਹਾਂ ਜੇ ਸਟੂਡੈਂਟਸ ਆਲਰੇਡੀ ਇੱਥੇ ਹੈਗੇ ਨੇ, ਪੜ੍ਹਦੇ ਪਏ ਨੇ, ਆ ਗਏ ਕੋਈ ਗੱਲ ਨਹੀਂ, ਤੁਸੀਂ ਪੜ੍ਹੋ, ਜਿਹੜਾ ਵੀ ਕੋਰਸ ਹੈਗਾ ਉਹਨੂੰ ਕੰਪਲੀਟ ਕਰੋ ਪਲੀਜ਼। ਇੱਕ ਤੇ ਜਿਹੜੇ ਉਹਦੇ ਅੰਦਰ ਬੱਚੇ ਨਾ ਅੱਜ ਕੱਲ੍ਹ ਕੀ ਕਰਦੇ ਨੇ, ਗੈਪ ਲੈ ਲੈਂਦੇ ਨੇ ਕਿ ਜੀ ਅਸੀਂ ਇੱਕ ਸੈਮੈਸਟਰ ਡ੍ਰੌਪ ਕਰਤਾ ਜੀ, ਮੈਂ ਕੰਮ ਕਰਨ ਲੱਗ ਗਿਆ, ਜਾਂ ਮੈਨੂੰ ਕੋਈ ਜੌਬ ਵਧੀਆ ਮਿਲ ਗਈ, ਮੈਂ ਪੈਸੇ ਕਮਾ ਲਾਂ, ਜਾਂ ਜੋ ਵੀ ਇੱਕ ਪੀਅਰ ਪ੍ਰੈਸ਼ਰ, ਉੱਥੋਂ ਪੀਅਰ ਇੰਡੀਆ ਤੋਂ ਪ੍ਰੈਸ਼ਰ ਹੁੰਦਾ ਜੀ ਮੈਂ ਪੈਸੇ ਨਹੀਂ ਭੇਜਣੇ, ਉਹ ਚੀਜ਼ ਨੂੰ ਅਸੀਂ ਨਾ ਕਰੀਏ। ਇਹਨੂੰ ਅਸੀਂ ਕਹਿੰਦੇ ਹਾਂ, ਵਰਡ ਯੂਜ਼ ਕਰਦੇ ਹਾਂ, ਛੋਟਾ ਲਾਲਚ ਨਾ ਕਰੀਏ, ਕਿਉਂਕਿ ਨਾ ਕੀ ਹੁੰਦਾ, ਜਦ ਤੁਹਾਡਾ ਸਟੱਡੀ ਅੰਦਰ ਗੈਪ ਤੁਹਾਡੇ ਵੱਲੋਂ ਆ ਜਾਂਦਾ ਹੈ, ਤੇ ਜਦ ਕੱਲ੍ਹ ਨੂੰ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੁਸੀਂ ਅਪਲਾਈ ਕਰੋਗੇ, ਉਹਦੇ ਅੰਦਰ ਪ੍ਰੋਬਲਮਸ ਆ ਜਾਂਦੀਆਂ, ਬਿਕੋਜ਼ ਦੇ ਦੈਨ ਸੀ ਤੁਹਾਡੀ ਜਿਹੜੀ ਲਾਸਟ ਤੁਸੀਂ ਪੜ੍ਹਾਈ ਕੀਤੀ ਹੈ, ਤਾਂ ਅਗਰ ਤੁਹਾਡਾ ਗੈਪ ਹੈਗਾ ਤਾਂ ਉਹ ਗੈਪ ਨੂੰ ਗਿਣਦੇ ਨਹੀਂਗੇ, ਤੇ ਉਸ ਤੋਂ ਪਹਿਲੇ ਵਾਲੀ ਪੜ੍ਹਾਈ ਤੁਹਾਡੀ ਨਹੀਂ ਗਿਣੀ ਜਾਂਦੀ, ਤਾਂ ਉਹਦੇ ਨਾਲ ਤੁਹਾਡੇ ਵਰਕ ਪਰਮਿਟ ਅੰਦਰ ਪ੍ਰੋਬਲਮ ਬੱਚਿਆਂ ਨੂੰ ਬਹੁਤ ਆ ਰਹੀ ਹੈ ਅੱਜ ਕੱਲ੍ਹ। ਤੇ ਇੱਕ ਇਹ ਤੁਸੀਂ ਦੇਖਣਾ, ਜਿਹੜੇ ਵੀ ਕੋਰਸ 'ਚ ਆ ਗਏ, ਕੋਰਸ ਨੂੰ ਕੰਪਲੀਟ ਕਰੋ, ਪੋਸਟ ਗ੍ਰੈਜੂਏਟ ਵਰਕ ਪਰਮਿਟ ਆਪਣਾ ਲਓ, ਐਂਡ ਦੈਨ ਵੰਸ ਯੂ ਹੈਵ ਯਰ ਪੋਸਟ ਗ੍ਰੈਜੂਏਟ ਵਰਕ ਪਰਮਿਟ, ਤੁਸੀਂ ਜਿਹੜੀ ਗਲਤੀ ਹੁਣ ਕਰ ਚੁੱਕੇ, ਹੁਣ ਘੱਟ ਤੋਂ ਘੱਟ ਚਾਹੇ ਤੁਹਾਨੂੰ ਸਟਾਰਟ ਥੱਲਿਓਂ ਕਰਨਾ ਪਏ, ਬਟ ਆਪਣੀ ਇੰਟਰਸਟ ਆਪਣੀ ਫੀਲਡ 'ਚ ਜਾਓ। ਆਪਣੀ ਫੀਲਡ 'ਚ ਜੌਬ ਮਿਲਣੀ ਮੁਸ਼ਕਿਲ ਹੈ, ਮੈਂ ਮੰਨਦਾ, ਬਟ ਦੇਰ ਆਰ ਸੋ ਮੈਨੀ ਆਰਗੇਨਾਈਜੇਸ਼ਨਸ ਹੇਅਰ ਵਰਕਿੰਗ ਟੂਵਰड्स ऐसी वास्ते वर्क कर रहे हैं। देर आर अपना कहते हैं ना कि गवर्नमेंट एडेड, जैसे पिक्स है, डाइवर्सिटी है, बहुत सारे और भी ने, गवर्नमेंट की एजेंसीज है, वर्क से BC भी हैगी, उन्होंने कॉन्टैक्ट करो, एवं हर प्रोविंस अंदर है, उन्होंने को जाओ, एंड देन यू कैन देन गेट गाइडेंस कि किवें तुहानूं मिलनी। येस इट विल बी हार्ड, बट देन अगर असी स्टार्ट नहीं करांगे तो असी पहुंचांगे नहीं। येस इट इज़ ईजी टू गेट नॉर्मल जॉब, जो तुसीं क्या रिटेल अंदर वो, बट देन वो भी करो, वो मैं नहीं कहता कि तुसीं सर्वाइवल जॉब्स ना करो, बट देन उन्होंने फोकस ना रखो, उन्होंने थोड़ा ट्राई करना चाहिए। येस इट विल बी हार्ड फॉर देम बिकॉज 1-2 साल अपने खराब हो चुके हैं, बट देन अगर यू वांट टू ईजिली गो टू योर PR पाथवे तो इट विल बी बैटर। अदरवाइज की होगा 2 साल बाद तुसी एक्सपीरियंस गेन कर चुके होगे उस चीज़ जी चीज़ तुहानूं PR दे तरफ नहीं लैके जाओगी। फिर असी सोचते फिर सुनते होंगे जी कंसलटेंट फलां कोल गए, उन्हें तो क्या जी LMI ले लो जी, वो कंसलटेंट जी LMI भेजदा है, ऐसा कुछ नहीं हैगा। बट दैन की होंदा तुहाडी जिहड़ी प्रोफाइल हैगी है वो हुण और कोई ऑप्शन ही नहीं रह जाती एंड इज दैन यू हैव टू गो फॉर एम्प्लॉयर स्पेसिफिक प्रोग्राम्स, फिर ਉਹਦੇ ਅੰਦਰ ਅਸੀਂ ਕਹਿੰਦੇ ਐਕਸਪਲੋਇਟੇਸ਼ਨ ਹੋਈ, दैट इज अ नेक्स्ट लेवल थिंग। तो यस आई वुड सजेस्ट, यस ਤੁਸੀਂ ਆਪਣਾ ਵਰਕ ਪਰਮਿਟ ਪਹਿਲੇ ਤਾਂ ਪੜ੍ਹਾਈ ਪੂਰੀ ਕਰੋ, ਟਾਈਮਲੀ ਕਰੋ, ਵਰਕ ਪਰਮਿਟ ਆਪਣਾ ਲਓ, ਐਂਡ ਦੈਨ ਟਰਾਈ ਟੂ ਅੱਜਕੱਲ ਜਿਹੜੀ ਚੀਜ਼ ਬਹੁਤ ਕਹਿ ਰਹੇ ਨੇ ਜੀ ਸਾਡੀ BC ਇੰਜੀਨੀਅਰ ਤੇ ਮੈਂ ਮੂਵ ਕਰ ਜਾ, ਮੂਵ ਕਰਨ ਤੋਂ ਪਹਿਲੇ ਵੀ ਯੂ ਹੈਵ ਟੂ ਕੰਸਲਟ ਕੰਸਲਟੈਂਟਸ ਨੂੰ ਕੰਸਲਟ ਮੈਂ ਕਹੂੰ ਕਰੋ, अपनी यू कैन कैरियर काउंसलर होंगे ने हर कॉलेज अंदर, उन्होंने कंसल्ट करो, देखो केड़ा प्रोविंस या केड़ी चीज़ तुहाडे वास्ते बेटर है, दैन डिसाइड करो। वरना यह नहीं कि मेरा फ्रेंड गया सी तो मैं भी चले जावां, क्योंकि हर फाइल डिफरेंट है, हर फाइल के अपने मैरिट्स ने डीमेरिट्स ने, तो दैट इज़ व्हाट आई वुड सजेस्ट देम। बट येस यू शुड कंसल्ट करो, चाहे कंसल्टेंट ਨੂੰ करो, कैरियर काउंसलर ਨੂੰ करो, तो दैन येस अपना पाथवे खुद बनाओ, किसी दे मगर ना जाओ।